ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 6045929191 6045929191। ਸੋ ਆਓ ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਚੰਦਰ ਪੁਰੇਵਾਲ ਜੀ ਦਾ, ਫਿਰ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਡਾਕਟਰ ਸਾਹਿਬ। ਡਾਕਟਰ ਸਾਹਿਬ, ਇੰਡੀਅਨ ਡਿਕਸ ਕਹਿ ਰਹੇ ਹੈ ਕਿ ਐਮਰਜੈਂਸੀ ਕਮਰਿਆਂ ਦੇ ਮੁਕਾਬਲੇ ਮਰੀਜ਼ਾਂ ਦੀ ਗਿਣਤੀ ਕਹਿੰਦੇ ਲਗਾਤਾਰ ਵਧ ਰਹੀ ਹੈ। ਇਹਨਾਂ ਨੂੰ ਯਾਦ ਨਹੀਂ ਕਿ ਇਹ ਤੁਹਾਡੀਆਂ ਨਾਕਾਮੀਆਂ ਦਾ ਸਿੱਟਾ ਸਾਰਾ ਜੀ? ਵੀਕਐਂਡ ਤੇ ਦੋ ਗੱਲਾਂ ਹੋਈਆਂ। ਇੱਕ ਤਾਂ ਉੱਥੇ ਦੇ ਮੈਡੀਕਲ ਜਿਹੜਾ ਸਟਾਫ ਆ ਉਹਨਾਂ ਨੇ ਰੈਲੀ ਕੀਤੀ ਆ, ਇਕੱਠੇ ਹੋਏ ਆ। ਇਹ ਡਾਕਟਰ ਗਿੱਲ ਦੀ ਅਗਵਾਈ ਦੀ ਵੈਸੇ ਅਸੀਂ ਦਾਦ ਦਿੰਨੇ ਆ ਕਿ ਕਿਸੇ ਬੰਦੇ ਨੇ ਇੱਕ ਉਂਗਲੀ ਦਾ ਖੜੀ ਕੀਤੀ ਹੈ ਨਾ, ਉਹਨਾਂ ਨੇ ਸਾਰੀ ਆਰਗੇਨਾਈਜ਼ ਕੀਤੀ ਸੀ ਜੀ ਕਿ ਦੇਖੋ ਅਸੀਂ ਪਿਛਲੀ ਵਾਰੀ ਵੀ ਰੈਲੀ ਕਰਤੇ, ਇਹਨਾਂ ਨੇ ਅੱਗੇ ਕੀਤੀ ਸੀ 2 ਮਹੀਨੇ ਪਹਿਲਾਂ, ਹੁਣ ਫੇਰ ਕੀਤੀ ਕਿ ਇੱਥੇ ਇੰਨਾ ਬੁਰਾ ਹਾਲ ਹੋ ਗਿਆ, ਇੱਥੇ ਆ ਕੇ ਲੈਕਚਰ ਦੇ ਕੇ ਮੁੜ ਜਾਂਦੇ, ਉਦੋਂ ਬਾਅਦ ਤੁਸੀਂ ਪੁੱਛਦੇ ਨਹੀਂ। ਇਹਨਾਂ ਨੂੰ ਪਤਾ ਲੱਗ ਗਿਆ ਹੈ ਹੈਲਥ ਮਿਨਿਸਟਰ ਨੂੰ ਕਿ ਹੁਣ ਇਹ ਵੀਕਐਂਡ ਤੇ ਰੈਲੀ ਕਰਨੀ ਆ। ਇਹ ਫਰਾਈਡੇ ਹੀ ਆ ਗਿਆ ਪਹਿਲਾਂ, ਤੇ ਫਰਾਈਡੇ ਆ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆਪਣਾ ਦੱਸਣ ਲਈ ਪਿਛਲੀ ਵਾਰ ਤੋਂ ਆ ਹੁਣ ਤਾਈਂ ਮੈਂ ਕੀ ਕੀਤਾ, ਪ੍ਰੋਗਰੈਸ ਰਿਪੋਰਟ ਜਿਹੜੀ ਹੈ। ਤਾਂ ਉਹਦੇ ਵਿੱਚ ਜਿਹੜੀ ਗੱਲ ਕੀਤੀ ਆ ਉਹ ਬੜੀ ਹਾਸੋਹੀਣੀ ਹੈ ਜੀ। ਉਹ ਕਹਿੰਦੇ ਕਿ ਹੁਣ ਜਿਹੜੀ ਹਸਪਤਾਲਾਂ ਦੀ ਸਿਚੁਏਸ਼ਨ ਹੈ, ਇਕੱਲੇ ਸਰੀ ਦੀ ਨਹੀਂ ਗੱਲ ਕਰਦੇ, ਸਾਰੇ BC ਦੀ ਗੱਲ ਕਰਦੇ ਸੀ ਕਿ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਵਾਰਡ ਜਾਂ ਉਦਾਂ ਵੈਸੇ ਨਾਰਮਲੀ ਇੱਥੇ ਮਰੀਜ਼ ਪਹਿਲਾਂ ਨਾਲੋਂ ਜ਼ਿਆਦਾ ਆਉਂਦੇ, ਉਹਦਾ ਕਰਕੇ ਪ੍ਰੋਬਲਮ ਪੈ ਗਈ। ਇਹਦੇ ਵਿੱਚ ਡੈਮੋਗ੍ਰਾਫਰਸ ਜਿੰਨੇ ਵੀ ਆਪਣੇ HRD ਦੇ ਅਫੀਸ਼ੀਅਲਸ ਆ ਉਹ ਤੁਹਾਨੂੰ ਦੱਸ ਸਕਦੇ ਸੀ। ਅੱਜ ਤੋਂ 20 ਸਾਲ ਜਾਂ 30 ਸਾਲ ਪਹਿਲਾਂ ਦੱਸੀ ਜਾਂਦੇ ਸੀ ਵੀ ਸਾਡੀਆਂ ਦੋ ਗੱਲਾਂ ਹੋ ਰਹੀਆਂ। ਇੱਕ ਤਾਂ ਆਬਾਦੀ ਬਦਲਣੀ ਹੈ ਕਿਉਂਕਿ ਇਮੀਗ੍ਰੈਂਟਸ ਲਿਆ ਰਹੇ ਹਾਂ ਅਸੀਂ, ਯੰਗ ਇਮੀਗ੍ਰੈਂਟਸ ਜ਼ਿਆਦਾ ਲਿਆ ਰਹੇ ਹਾਂ ਤਾਂ ਕਿ ਸਾਡੀ ਵਰਕ ਫੋਰਸ ਦੇ ਵਿੱਚ ਵਾਧਾ ਹੋਵੇ, ਠੀਕ ਰਹੇ। ਤੇ ਦੂਸਰਾ ਸਾਡੀ ਜਿਹੜੀ ਪਾਪੂਲੇਸ਼ਨ ਆ ਓਲਡ ਹੋ ਰਹੀ ਆ। ਜਦੋਂ ਤੁਸੀਂ ਓਲਡ ਹੁੰਨੇ ਆ ਤਾਂ ਉਦੋਂ ਹੀ ਹਸਪਤਾਲਾਂ ਦੀ ਲੋੜ ਪੈਂਦੀ ਹੈ। ਬਿਲਕੁਲ, ਸਮੱਸਿਆਵਾਂ ਵਧਦੀਆਂ। ਜਿਹੜਾ 17 ਸਾਲਾਂ ਦਾ ਉਹ ਤਾਂ ਵਿਚਾਰਾ ਜਾਂਦਾ ਹੀ ਨਹੀਂ ਕਿਤੇ। ਹਾਂ, ਐਮਰਜੈਂਸੀ ਕਿਤੇ ਪੈ ਜਾਵੇ, ਉਹਦੇ ਸੱਟ ਲੱਗ ਜਾਵੇ, ਜ਼ਰੂਰੀ ਆ, ਪਰ ਨਾਰਮਲੀ ਤਾਂ ਉਹ ਨਹੀਂ ਜਾਂਦੇ ਨਾ। ਬਿਲਕੁਲ। ਸੋ ਇੱਕ ਸਿਹਤ ਮੰਤਰੀ ਨੂੰ ਨਾ ਪਤਾ ਹੋਵੇ ਇਹਨਾਂ ਦੋ ਗੱਲਾਂ ਦਾ, ਇਹ ਤੇ ਹਾਸਾ ਆਉਂਦਾ ਹੈ ਜੀ। ਬਿਲਕੁਲ, ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੱਕਦਮ ਹੀ ਵੱਧ ਗਏ। ਜੋ ਆਬਾਦੀ ਵਧਣੀ ਆ, ਓਲਡ ਏਜ ਦੀ ਖਾਸ ਤੌਰ ਤੇ ਸੰਖਿਆ ਵਧਣੀ ਆ, ਤੇ ਆਬਵੀਅਸਲੀ ਲੋਕਾਂ ਨੇ ਹਸਪਤਾਲ ਦੇ ਵਿੱਚ ਜ਼ਿਆਦਾ ਵਧਣ ਜਾਣਾ ਹੈ। ਤੇ ਇਸੇ ਕਰਕੇ ਹਸਪਤਾਲ ਦੇ ਵਿੱਚ ਸਰੀ ਦੇ ਵਿੱਚ ਕਹਿੰਦੇ ਸੀ ਵੀ ਇੱਥੇ ਇੱਕ ਨਹੀਂ, ਇੱਥੇ 2 ਚਾਹੀਦੇ ਹਸਪਤਾਲ। ਦੂਜਾ, ਅੱਜ ਤੋਂ 32 ਸਾਲ ਪਹਿਲਾਂ ਦੀ ਗੱਲ ਹੈ, ਉਹਦੇ ਬਾਰੇ ਵੀ ਆਉਣੇ ਅਸੀਂ। ਫਿਰ ਜਿਹੜੇ ਡਾਕਟਰ ਗਿੱਲ ਨੇ ਅੰਕੜੇ ਦਿੱਤੇ, ਉਹਨਾਂ ਨੇ ਦੱਸਿਆ ਵੀ ਇਹ ਇਸ਼ੂ ਮਰੀਜ਼ ਵਧਣ ਦੀ ਸੈਂਪਲ ਨਹੀਂ ਹੈ। ਜੇ ਤੁਸੀਂ ਪਰ ਕੈਪਟਾ ਦੇ ਹਿਸਾਬ ਨਾਲ ਸਰੀ ਦੇ ਵਿੱਚ ਇਨਵੈਸਟਮੈਂਟ ਦੇਖਦੇ ਹੈਲਥ ਦੀ, ਜਿੱਦਾਂ ਸਾਡੇ ਅਸੀਂ ਐਜੂਕੇਸ਼ਨ ਦੀ ਗੱਲ ਕੀਤੀ ਸੀ, ਤੇ ਹੈਲਥ ਦੇ ਵਿੱਚ ਸਾਡੇ ਬਹੁਤ ਘੱਟ ਇਨਵੈਸਟਮੈਂਟ ਆ ਵੈਨਕੂਵਰ ਦੇ ਬਜਾਏ। ਅਸੀਂ ਇਹ ਨਹੀਂ ਕਹਿੰਦੇ ਵੀ ਵੈਨਕੂਵਰ ਵਾਲਿਆਂ ਦੇ ਖੋ ਕੇ ਸਾਨੂੰ ਦੇ ਦਿਓ। ਇਹ ਦੱਸਿਆ ਵੀ ਜੇ ਉਹਨਾਂ ਦੇ ਕੋਲ ਹੈਗੇ ਇੰਨੀਆਂ ਚੀਜ਼ਾਂ ਤੇ ਸਾਡੇ ਕੋਲ ਕਿਉਂ ਨਹੀਂ। ਨੰਬਰ ਆਫ ਹਸਪਤਾਲ ਦੇਖਦਾ ਉੱਥੇ। ਫਿਰ ਉੱਥੇ ਅਕਿਊਟ ਕੇਅਰ ਦੇ ਬੈੱਡ ਜਿਹੜੇ ਆ ਉਹ ਹੈਗੇ 3000, ਸਾਡੇ 436। ਦੇਖੋ ਅੰਕੜੇ ਦਾ ਕਿੰਨਾ ਫਰਕ ਹੈ। ਸਾਡੀ ਪਾਪੂਲੇਸ਼ਨ ਕੋਈ 6,15,000 ਆ, ਉਹਨਾਂ ਦੀ ਕੋਈ 6,75,000 ਆ। ਮਤਲਬ 60,000 ਦਾ ਫਰਕ ਆ ਸਾਡਾ ਪਾਪੂਲੇਸ਼ਨ। ਉਹਨਾਂ ਦੇ ਕੋਲ 7 ਗੁਣਾ ਜ਼ਿਆਦਾ ਸਾਡੇ ਤੋਂ ਹਸਪਤਾਲ ਬੈੱਡ ਆ। ਤੇ ਇਹ ਦੱਸੋ ਡਿਸਕ੍ਰੈਪੈਂਸੀ ਜਿਹੜੀ ਹੈਲਥ ਮਿਨਿਸਟਰ ਦੱਸੇ ਵੀ ਇਹ ਕਿਉਂ ਆ ਜੀ?
ਕੀ ਗੱਲ ਹੈ ਵੀ ਸਰੀ ਵਾਲੇ ਕੀ ਟੈਕਸ ਨਹੀਂ ਦਿੰਦੇ, ਇਹਨਾਂ ਦੇ ਨਾਲ ਕੀ ਵਿਤਕਰਾ ਹੋ ਰਿਹਾ ਵੀ ਇੱਥੇ ਬੋਲਣ ਵਾਲੇ ਹੈ ਨਹੀਂ, ਤੁਸੀਂ ਸਾਡੇ MLA ਜਿਹੜੇ ਚੁਣੇ ਆ ਉਹ ਹੱਥ ਹੀ ਖੜਾ ਕਰਨ ਜਾਂਦੇ, ਇਸ ਕਰਕੇ ਨਹੀਂ ਤੁਸੀਂ ਕੁਝ ਕਹਿੰਦੇ। ਕੋਈ ਨਾ ਕੋਈ ਤਾਂ ਰੀਜ਼ਨ ਹੋਣਾ ਚਾਹੀਦਾ। ਹਸਪਤਾਲ ਦੀ ਗੱਲ ਕਰਦੇ ਹਾਂ। ਦੂਜਾ ਹਸਪਤਾਲ ਜਿਹੜਾ 1991 ਦੇ ਵਿੱਚ ਪਹਿਲੀ ਵਾਰੀ NDP ਦੀ ਸਰਕਾਰ ਜਦੋਂ ਬਣੀ ਆ, ਮਾਈਕ ਹਾਰਕੋਰਟ ਦੀ ਪ੍ਰੀਮੀਅਰ ਦੀ, ਇਹਨਾਂ ਨੇ ਪਹਿਲੀ ਵਾਰੀ ਵਾਅਦਾ ਕੀਤਾ ਸੀ ਉਦੋਂ ਇਲੈਕਸ਼ਨ ਦੇ ਵਿੱਚ ਕਿ ਅਸੀਂ ਹੁਣ ਦੂਸਰਾ ਹਸਪਤਾਲ ਬਣਾਵਾਂਗੇ ਇੱਥੇ, ਤੇ ਉਹਨਾਂ ਦਾ ਕੋਈ ਘਪਲਾ ਜਿਹਾ ਹੋ ਗਿਆ ਨਨਾਈਮੋ ਬਿੰਗੋ ਸਕੈਂਡਲ ਦੇ ਵਿੱਚ, ਉਹ ਜਾਂਦੇ ਲੱਗੇ। ਉਸ ਤੋਂ ਬਾਅਦ ਲੀਡਰਸ਼ਿਪ ਚੇਂਜ ਆ ਗਈ, ਗਲੈਨ ਕਲਾਰਕ ਬਣ ਗਏ। ਉਹਨਾਂ ਨੇ ਵੀ 1996 ਦੇ ਵਿੱਚ ਇਹੀ ਗੱਲ ਕਹੀ ਵੀ ਇੱਥੇ ਦੂਜਾ ਹਸਪਤਾਲ ਬਣੂਗਾ। ਫਿਰ ਉਹ 5 ਸਾਲ ਰਹੇ ਜੀ, ਤੇ ਉਦੋਂ ਬਾਅਦ ਲਿਬਰਲ ਪਾਰਟੀ ਦੀ ਸਰਕਾਰ ਬਣ ਗਈ, ਪ੍ਰੀਮੀਅਰ ਕੈਂਪਬਲ ਆ ਗਿਆ, ਪਰ ਉਹ ਵਾਅਦਾ ਉਦਾਂ ਹੀ ਰਿਹਾ। ਵੈਸੇ ਇੰਨੀ ਗੱਲ ਵਾਅਦਾ ਸਟੈਂਡ ਕਰਦਾ, ਤੁਸੀਂ ਕਹਿ ਲਓ ਕਿ ਵਾਅਦਾ ਜ਼ਰੂਰ ਕਰਦੇ ਰਹੇ। ਇਹ ਨਹੀਂ ਕਿਹਾ ਵੀ ਕਿਸੇ ਨੇ ਵੀ ਅਸੀਂ ਨਹੀਂ ਬਣਾਉਣਾ ਇੱਥੇ ਜੀ, ਉਹਨਾਂ ਨੇ ਵੀ ਕਿਹਾ ਵੀ ਅਸੀਂ ਦੂਜਾ ਹਸਪਤਾਲ ਇੱਥੇ ਬਣਾਉਣਾ ਹੈ। ਸਰ ਬਣਿਆ ਨਹੀਂ। ਜਿੰਨੀ ਵਾਰੀ ਵੀ ਲੋਕੀ ਆਉਂਦੇ ਆ ਸੁਣਦੇ ਜ਼ਰੂਰ ਸੀ ਅਸੀਂ ਵੀ। 1991 ਤੋਂ ਬਾਅਦ ਅੱਜ ਕਿੰਨੇ ਹੋ ਗਏ ਆ? 1991 ਤੋਂ ਬਾਅਦ 32 ਸਾਲ ਹੋ ਗਏ। 32 ਸਾਲਾਂ ਦਾ ਦੂਜਾ ਹਸਪਤਾਲ ਆ ਸਾਡੇ ਕੋਲ, ਇੰਨੇ ਚਿਰ ਦਾ ਹੈ। ਹੁਣ ਤਾਂ ਤੀਜਾ ਬਣਦਾ ਜੀ, ਬਿਲਕੁਲ। ਫਿਰ ਉਹਨਾਂ ਨੇ 3 ਇਲੈਕਸ਼ਨਾਂ ਜਿੱਤੀਆਂ ਐਕਚੁਅਲੀ। ਤੀਜੀ ਇਲੈਕਸ਼ਨ ਤੇ ਫਿਰ ਜ਼ਿਆਦਾ ਰੌਲਾ ਰੱਪਾ ਪੈ ਗਿਆ ਉਹਨਾਂ ਦੀ ਲੀਡਰਸ਼ਿਪ ਤੇ, ਤਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਕੈਂਪਬਲ ਨੂੰ ਜੀ। ਉਸ ਵੇਲੇ ਕ੍ਰਿਸਟੀ ਕਲਾਰਕ ਬਣ ਗਏ ਪ੍ਰੀਮੀਅਰ ਜੀ। ਇਹਨਾਂ ਨੇ ਕੀ ਕੀਤਾ ਹੈ, ਜਦੋਂ ਪ੍ਰੀਮੀਅਰ ਬਣੇ ਆ ਇੱਥੇ ਚੁੰਨੀ ਲੈ ਕੇ ਆਉਂਦੇ ਹੁੰਦੇ ਸੀ ਬਹੁਤ ਸਾਡੇ ਵਿਸਾਖੀ ਨੂੰ। ਸਾਡੇ ਬੰਦਿਆਂ ਨੂੰ ਇਹੀ ਚਾਹੀਦਾ ਹੁੰਦਾ, ਫੋਟੋ ਖਿਚਾਉਣ ਲਈ ਚਾਹੀਦੀ ਹੁੰਦੀ ਵੀ, ਬਾਕੀ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਉਹਦੀ ਛੱਡੋ ਪਰੇ। ਬੜੀਆਂ ਫੋਟੋ ਲੱਗਦੀਆਂ ਸੀ ਇੱਥੇ ਵੀ ਮੇਰੇ ਨਾਲ ਕ੍ਰਿਸਟੀ ਕਲਾਰਕ ਦੀ ਚੁੰਨੀ ਲਈ ਆ ਉਹਨੇ ਕੇਸਰੀ ਤੇ ਉਹਦੀ ਫੋਟੋ ਲਾਈ ਹੈ। ਉਹਨੇ ਕੀ ਕੀਤਾ, ਜਿਹੜਾ ਇੱਥੇ ਐਕਚੁਅਲੀ ਜ਼ਮੀਨ ਲਈ ਸੀ ਨਾ, ਸੈਕੰਡ ਹਸਪਤਾਲ ਬਣਿਆ ਤਾਂ ਨਹੀਂ ਸੀ ਪਰ ਜ਼ਮੀਨ ਲੈ ਲਈ ਸੀ ਉਹਨਾਂ ਨੇ ਜ਼ਮੀਨ ਵੇਚ ਦਿੱਤੀ। ਉਹਨਾਂ ਦੀ ਮਿਨਿਸਟਰੀ ਦੀ ਇਹ ਦੇਣ ਆ ਵੀ ਉਹਨਾਂ ਨੇ ਜ਼ਮੀਨ ਵੇਚੀ ਸੀ। ਤਾਂ ਉੱਥੇ ਕੰਡੋਮੀਨੀਅਮ ਬਣ ਗਏ ਤੇ ਉਹ ਜ਼ਮੀਨ ਵੀ ਜਾਂਦੀ ਲੱਗੀ। ਤੇ ਫੇਰ ਉਦੋਂ ਬਾਅਦ ਜਦੋਂ 17 ਦੇ ਵਿੱਚ ਫੇਰ ਦੁਬਾਰਾ NDP ਆਈ ਹੈ, ਇਹਨਾਂ ਨੇ ਉਹੀ 1991 ਵਾਲਾ ਵਾਅਦਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦੋਂ ਲੋਕਾਂ ਦੇ ਮਨ ਦੇ ਵਿੱਚ ਸੀ ਪੁਰਾਣੀ ਗੱਲ ਵੀ ਇਹਨਾਂ ਨੇ ਤਾਂ ਜ਼ਮੀਨ ਵੇਚਤੀ ਦੂਜੀ ਪਾਰਟੀ ਨੇ, ਤਾਂ ਇਹਨਾਂ ਨੇ ਤਾਂ ਇੱਥੇ ਤਾਂ ਗਏ ਆ। ਇਸੇ ਕਰਕੇ ਐਕਚੁਅਲੀ ਸਰੀ ਦੇ ਵਿੱਚ BC ਲਿਬਰਲ ਸਾਰੀਆਂ ਹੀ ਸੀਟਾਂ ਹਾਰ ਗਏ। ਮਤਲਬ ਇਦਾਂ ਦੀ ਕੋਈ ਗੱਲ ਹੁੰਦੀ ਹੋਵੇ ਨਾ ਕਿਸੇ ਇਲੈਕਸ਼ਨ ਦੇ ਵਿੱਚ, ਚਲੋ ਸਾਡੇ ਵੀ ਉੱਥੇ ਜਿੱਦਾਂ ਪੰਜਾਬ 'ਚ ਹੁੰਦਾ ਸੀ ਅਕਾਲੀ ਦਲ ਵਾਲੀ ਫੇਰ ਆ ਗਏ, ਕਾਂਗਰਸ ਵਾਲੇ ਆ ਗਏ, ਇੱਕ ਜਾਣਾ ਹਾਰਦਾ ਸੀ ਦੂਸਰਾ ਜਾਣਾ ਆ ਜਾਂਦਾ ਸੀ, ਪਰ ਕਮ ਸੇ ਕਮ ਸਬਕ ਤਾਂ ਸਿੱਖਦੇ ਨਾ ਜੀ ਵੀ ਤੁਸੀਂ ਹੁਣ ਚੋਰੋ 5 ਸਾਲ ਬਾਹਰ ਰਹੋ, ਅਸੀਂ ਸਾਨੂੰ ਚੋਰੀ ਕਰਨ ਦਿਓ। ਇਹਨਾਂ ਨੇ 2017 ਦੇ ਵਿੱਚ ਫੇਰ ਮੁੱਦਾ ਚੱਕ ਲਿਆ ਕਿ ਹੁਣ ਮੌਕਾ ਆ, ਕਿਉਂਕਿ ਇਹਨਾਂ ਨੇ ਤਾਂ ਜ਼ਮੀਨ ਵੇਚ ਦਿੱਤੀ ਜੀ। ਸੋ ਇਹਨਾਂ ਨੇ ਵਾਅਦਾ ਕਰਤਾ, ਉਦੋਂ ਬਾਅਦ ਬੈਠੇ ਰਹੇ, ਉਦੋਂ ਬਾਅਦ ਫੇਰ ਇਲੈਕਸ਼ਨ ਹੁੰਦੀ ਆ, ਫੇਰ ਵਾਅਦਾ ਕਰ ਦਿੰਦੇ। ਅੱਛਾ, ਫੇਰ ਉਸ ਤੋਂ ਬਾਅਦ ਕੁਛ ਮੀਡੀਆ ਦੇ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਵੀ ਇਹਨਾਂ ਨੇ ਤਾਂ ਜ਼ਮੀਨ ਵੀ ਨਹੀਂ ਲਈ, ਤਾਂ ਹਸਪਤਾਲ ਕਿੱਥੇ ਬਣਾਉਣਾ। ਇਹ ਪੁਰਾਣੀ ਜ਼ਮੀਨ ਦੀ ਤਾਂ ਗੱਲ ਕਰੀ ਜਾਂਦੇ ਵੀ ਉਹਨਾਂ ਨੇ ਵੇਚ ਦਿੱਤੀ, ਵੀ ਤੁਸੀਂ ਕਿੱਥੇ ਲਈ ਹੈ। ਅੱਛਾ, ਇਹਨਾਂ ਨੂੰ ਹੁਣ ਜਵਾਬ ਤਾਂ ਕੋਈ ਦੇਣਾ ਹੀ ਪੈਣਾ ਹੈ। ਫਿਰ KPU ਕਲੋਵਰਡੇਲ ਕੈਂਪਸ ਦੇ ਨਾਲ KPU ਦੀ ਆਪਣੀ ਜ਼ਮੀਨ ਸੀ ਵੀ ਉਹ ਉਹਨਾਂ ਨੇ ਰੱਖੀ ਹੁੰਦੀ ਕਿਤੇ ਫਰਦਰ ਐਕਸਪੈਂਸ਼ਨ ਲਈ, ਜੇ ਕਿਤੇ ਯੂਨੀਵਰਸਿਟੀ ਨੂੰ ਹੋਰ ਐਕਸਪੈਂਡ ਕਰਨਾ ਤਾਂ ਉਹ ਉਸ ਜ਼ਮੀਨ ਦੇ ਵਿੱਚ ਕਰ ਦੇਵਾਂਗੇ। ਇਹਨਾਂ ਨੇ, ਕਿਉਂਕਿ ਸਰਕਾਰੀ ਜ਼ਮੀਨ ਹੈ, ਇਹਨਾਂ ਨੇ ਕਿਹਾ ਨਹੀਂ ਉਹ ਜ਼ਮੀਨ ਜਿਹੜੀ ਆ ਸਾਡੇ ਅਸੀਂ ਲਈ ਆ, ਉਹ ਜ਼ਮੀਨ ਜਿਹੜੀ ਹੈ ਉਹ ਯੂਨੀਵਰਸਿਟੀ ਵੱਲੋਂ ਟ੍ਰਾਂਸਫਰ ਕਰਕੇ ਅਸੀਂ ਮੈਡੀਕਲ ਫੀਲਡ ਦੇ ਵਿੱਚ ਲਾ ਦੇਣੀ ਹੈ। ਦੂਜਾ ਹਸਪਤਾਲ ਉੱਥੇ ਬਣੂਗਾ। ਹੁਣ ਉੱਥੇ ਸ਼ੁਰੂ ਕਰ ਦਿੱਤੀ ਗੱਲਾਂ ਬਾਤਾਂ ਕਰਨ ਨੂੰ, ਉਹਦਾ ਐਡਰੈਸ ਵੀ ਦੇ ਦਿੱਤਾ ਸਾਨੂੰ। ਆਪੋਜੀਸ਼ਨ ਸਾਡੇ ਇਦਾਂ ਦੀ ਹੈ, ਜਦੋਂ ਉਹਨਾਂ ਦਾ ਲੀਡਰਸ਼ਿਪ ਚੇਂਜ ਹੋਈ ਆ
ਉਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਦੇਖੋ ਵੀ ਭਾਈ ਇੰਨੇ ਚਿਰ ਦੇ ਰੌਲਾ ਪਾਉਨੇ ਆ, ਸੈਕੰਡ ਹਸਪਤਾਲ ਬਣਿਆ ਕਿੱਥੇ? ਉਹਨਾਂ ਦੇ ਲੀਡਰ ਨੇ ਆਉਂਦਿਆਂ ਨੇ ਬਿਆਨ ਦੇ ਦਿੱਤਾ ਵੀ ਉਹ ਕਲੋਵਰਡੇਲ ਨਹੀਂ ਬਣੂਗਾ ਸੈਕੰਡ ਹਸਪਤਾਲ, ਉਹ ਕਿਤੇ ਹੋਰ ਬਣਨਾ ਚਾਹੀਦਾ ਹੈ, ਉਹ ਲੋਕੇਸ਼ਨ ਠੀਕ ਨਹੀਂ ਹੈ। ਬਣਿਆ ਤਾਂ ਉੱਥੇ ਵੀ ਹੈ ਨਹੀਂ ਸੀ, ਅਜੇ ਮਤਲਬ ਹਵਾ ਦੇ ਵਿੱਚ ਹੀ ਉੱਡ ਰਿਹਾ। ਹਵਾ ਦੇ ਵਿੱਚ ਇੱਕ ਜਣਾ ਹਸਪਤਾਲ ਇੱਥੇ ਬਣਾਈ ਫਿਰਦਾ, ਦੂਜਾ ਜਣਾ ਕਹਿੰਦਾ ਨਹੀਂ ਹਵਾ ਦਾ ਦੂਜਾ ਚੱਕ ਕੇ ਬਿਲਡਿੰਗ ਉੱਥੇ ਲੈ ਜਾਂਦਾ, ਇੱਥੋਂ ਇਹਨੂੰ ਹਟਾ ਕੇ ਪਰੇ, ਜਿੱਦਾਂ ਸ਼ੇਖ ਚਿੱਲੀ ਵਾਲੀਆਂ ਗੱਲਾਂ ਹੋ ਰਹੀਆਂ ਸਾਰੀਆਂ ਜੀ ਸਾਰੀਆਂ। ਅੱਛਾ, ਫਿਰ ਪਿਛਲੇ ਸਾਲ ਰੌਲਾ ਰੱਪਾ ਫਿਰ ਪੈਣ ਲੱਗ ਪਿਆ ਪੈਂਡੈਮਿਕ ਤੋਂ ਬਾਅਦ ਵੀ ਸਾਡੇ ਹੋਇਆ ਕੀ। ਇਸ ਸਾਲ ਦੇ ਸ਼ੁਰੂ ਵਿੱਚ ਵੀ ਇਹ ਡਿਸਕਸ਼ਨ ਬਹੁਤ ਆਈ ਹੈ ਵੀ ਐਮਰਜੈਂਸੀ ਦੇ ਵਿੱਚ ਹੋ ਰਿਹਾ ਕੁਛ, ਸਾਡੇ ਹਸਪਤਾਲ ਦੇ ਵਿੱਚ ਕੁਛ ਨਹੀਂ ਹੋ ਰਿਹਾ। ਹੁਣ ਡਾਕਟਰ ਗਿੱਲ ਨੇ ਦੱਸਿਆ ਕਿ ਜੇ ਹਾਰਟ, ਸਟ੍ਰੋਕ ਤੇ ਟਰਾਮਾ ਤਿੰਨ ਗੱਲਾਂ ਹੁੰਦੀਆਂ ਨਾ, ਤੁਸੀਂ ਸਰੀ ਨਾ ਆਓ। ਮਤਲਬ ਦੇਖੋ, ਜੇ ਹਾਰਟ ਪ੍ਰੋਬਲਮ ਹੋ ਜਾਂਦੀ, ਸਰੀ ਵਾਲੇ ਕਿੱਥੇ ਜਾਣਗੇ? ਸਾਰਿਆਂ ਨੂੰ ਜਿਹੜੇ ਤੁਹਾਡੇ ਡਾਕਟਰ ਆ ਪ੍ਰਾਈਵੇਟਲੀ ਦੱਸ ਦਿੰਦੇ ਆ, ਮੈਡੀਕਲ ਸਰਵਿਸਿਜ਼ ਦੇ ਵਿੱਚ ਉਹ ਓਪਨਲੀ ਨਹੀਂ ਕਹਿ ਸਕਦੇ ਵੀ ਤੁਸੀਂ ਉੱਥੇ ਜਾਓ ਜੀ। ਉਹ ਕਹਿੰਦੇ ਨਿਊ ਵੈਸਟ ਚੱਲ ਜੀ। ਮੈਂ ਕਿਸੇ ਨਿਊਰੋਲੋਜਿਸਟ ਨੂੰ ਪੁੱਛਿਆ, ਮੈਂ ਕਿਹਾ ਯਾਰ ਮੈਂ ਇੱਥੇ ਆ ਗਿਆ, ਉਹ ਕਹਿੰਦਾ ਤੂੰ ਗਲਤੀ ਕੀਤੀ, ਇੱਥੇ ਨਹੀਂ ਆਈਦਾ ਹੁੰਦਾ, ਨਿਊ ਵੈਸਟ ਜਾਣਾ ਸੀ। ਇਹਦਾ ਪ੍ਰਾਈਵੇਟਲੀ ਦੱਸ ਦਿੰਦੇ, ਉਦਾਂ ਵੈਸੇ ਨਹੀਂ, ਆਫੀਸ਼ੀਅਲੀ ਨਹੀਂ ਦੱਸਦੇ। ਤੇ ਜਿਹਦੇ ਵਿੱਚ ਜੇ ਸਾਡੇ ਇੱਕ ਹਸਪਤਾਲ ਆ, ਇੱਕ ਹਸਪਤਾਲ ਦੇ ਵਿੱਚ ਤੁਸੀਂ ਸਟ੍ਰੋਕ ਹੋਵੇ ਤਾਂ ਨਾ ਜਾਓ, ਹਾਰਟ ਅਟੈਕ ਹੋਵੇ ਤਾਂ ਨਾ ਜਾਓ, ਟਰਾਮਾ ਹੋਵੇ ਤਾਂ ਨਾ ਜਾਓ। ਤੇ ਜਾਓ ਕਾਹਦੇ ਲਈ? ਆਪਣੇ ਅਸੀਂ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਦੁਕਾਨ ਤੇ, ਸਿਰ ਦੁਖਣ ਵਾਲੀ ਗੋਲੀ ਦੇ ਦੇ, ਜਾਂ ਉੱਥੇ ਲਿਖ ਕੇ ਲਾ ਦਿਓ ਕੱਲੇ ਕਬਜ਼ ਵਾਲੇ ਮਰੀਜ਼ ਆਉਣ। ਦੱਸੋ ਹਸਪਤਾਲ ਬਣਾਇਆ ਕਾਹਦੇ ਲਈ ਹੈ? ਵੀ ਤੁਸੀਂ ਜਿਹੜੇ ਜੇ ਲਾਇਆ ਹੈ ਨਹੀਂ ਉੱਥੇ ਦਾ ਕੋਈ, ਸਾਡੇ ਤੋਂ ਇਹ ਫੈਸਿਲਿਟੀ ਤਾਂ ਹੈ ਨਹੀਂ ਹੈ, ਤੇ ਇਹਨਾਂ ਲਈ ਤੁਸੀਂ ਨਿਊ ਵੈਸਟ ਜਾਓ। ਅੱਛਾ, ਫਿਰ ਇਹਨਾਂ ਨੇ ਦੇਖੋ ਉਹਦੇ ਪਿਛਲੇ ਸਾਲ ਦੀ ਤੇ ਇਸ ਸਾਲ ਦੀ ਨੁਕਤਾਚੀਨੀ ਤੋਂ ਬਾਅਦ ਏਡਰੀਅਨ ਆਪਣੇ ਡਿਕਸ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਅਸੀਂ 2023 ਦੇ ਵਿੱਚ ਉੱਥੇ ਫਾਊਂਡੇਸ਼ਨ ਪਾਉਣੀ ਸ਼ੁਰੂ ਕਰ ਦੇਣੀ। ਹੁਣ 2023 ਦਾ ਸਤੰਬਰ ਤਾਂ ਆ ਗਿਆ, ਆਸ ਲਾਈ ਜਾਂਦੀ ਸੀ ਵੀ ਹੁਣ ਇਹਨਾਂ ਨੇ 23 ਦੇ ਵਿੱਚ ਕਈਆਂ ਲੈ ਕੇ ਜਾਣਾ ਆ, ਉੱਥੇ ਸਿਰ ਤੇ ਟੋਪ ਟਾਪ ਲਏ ਹੋਣੇ ਆ ਤੇ ਫੋਟੋ ਖਿਚਾਉਣਗੇ ਤਾਂ ਫੋਟੋ ਲਾ ਕੇ ਆ ਜਾਣਗੇ। ਪਰ ਫਿਰ ਯਾਦ ਆਇਆ ਹੋਣਾ ਇਹਨਾਂ ਨੂੰ ਵੀ ਹਜੇ ਇਲੈਕਸ਼ਨ ਤਾਂ 25 ਚ ਹੋਣੀ ਆ, ਲੋਕਾਂ ਨੇ ਤਾਂ ਭੁੱਲ ਜਾਣਾ ਵੀ ਜੇ ਕਈਆਂ ਲੈ ਕੇ ਹੀ ਜਾਣਾ ਆ 24 ਨੂੰ ਜਾਵਾਂਗੇ ਫਿਰ, ਤਾਂ ਕਿ ਉੱਥੇ ਲਾਗੇ ਜਾ ਕੇ ਫਾਊਂਡੇਸ਼ਨ ਜਿਹੀ ਤਾਂ ਪਾਈ ਹੋਵੇ ਨਾ, ਨਹੀਂ ਤਾਂ ਬਣਿਆ ਮੰਗਣਗੇ। ਨਹੀਂ ਤਾਂ ਕਹਿੰਦੇ ਇੱਕ ਇਲੈਕਸ਼ਨ ਤਾਂ ਹੋਰ ਜਿੱਤੀਏ, ਕੱਲੀ ਕਈ ਮਾਰ ਕੇ, ਉਦੋਂ ਬਾਅਦ ਫਿਰ ਦੇਖਾਂਗੇ, ਫਿਰ ਕਹਾਂਗੇ ਪਹਿਲੀ ਮੰਜ਼ਿਲ ਬਣ ਗਈ ਆ, ਦੂਜੀ ਲਈ ਫੇਜ ਦਾਓ। ਮਤਲਬ ਇਹ ਸਾਡੇ ਹਸਪਤਾਲ ਦੇ ਲਈ, ਇੱਥੇ ਸਿਹਤ ਸੇਵਾਵਾਂ ਲਈ ਸਾਡੇ ਨਾਲ ਇਹ ਹੋ ਰਿਹਾ। ਇੱਥੇ ਸਰੀ ਦੇ ਵਿੱਚ ਕਿਉਂ ਹੋ ਰਿਹਾ? ਇਹ ਸਰੀ ਦੇ ਵਿੱਚ ਰਹਿਣ ਵਾਲਿਆਂ ਨੂੰ ਸੋਚਣ ਦੀ ਲੋੜ ਆ। ਜਦੋਂ ਇੱਥੇ ਤੁਹਾਡੇ ਸਕੂਲਾਂ ਦੇ ਵਿੱਚ, ਪਬਲਿਕ ਸਕੂਲਾਂ ਦੇ ਵਿੱਚ ਪਰ ਕੈਪਟਾ ਦੇ ਹਿਸਾਬ ਦੇ ਨਾਲ ਇੱਥੇ ਸਭ ਤੋਂ ਲੋਐਸਟ ਸਾਨੂੰ ਅਮਾਉਂਟ ਮਿਲਦਾ BC ਵੱਲੋਂ। ਹੈਲਥ ਕੇਅਰ ਦੇ ਵਿੱਚ ਪਰ ਕੈਪਟਾ ਦੇ ਹਿਸਾਬ ਦੇ ਨਾਲ ਸਭ ਤੋਂ ਲੋਐਸਟ ਮਿਲਦਾ। ਪੋਸਟ ਸੈਕੰਡਰੀ ਐਜੂਕੇਸ਼ਨ, ਕਾਲਜਸ ਤੇ ਯੂਨੀਵਰਸਿਟੀ ਦੀ ਗੱਲ ਕਰ ਲਓ, ਉਹਦੇ ਵਿੱਚ ਸਾਡੀ ਲੋਐਸਟ ਜਿਹੜੀ ਸਾਨੂੰ ਪ੍ਰਾਪਤੀ ਹੈ। ਇਹ ਕਿਉਂ ਆ? ਇਹ ਤੁਸੀਂ ਆਪਣਾ ਐਨਾਲਿਸਿਸ ਲਾ ਲਓ, ਸੋਚਣਾ ਸ਼ੁਰੂ ਕਰੋ ਜੀ, ਤੇ ਇਹਦੇ ਹਿਸਾਬ ਨਾਲ ਤੁਸੀਂ ਦੇਖੋ ਵੀ ਤੁਸੀਂ ਵੋਟ ਪਾਉਣ ਲੱਗੇ ਕਦੇ ਸੋਚਦੇ ਹੁੰਦੇ ਕਿ ਨਹੀਂ ਕੀ ਤੁਹਾਡੇ ਲਈ ਇਹ ਇੰਪੋਰਟੈਂਟ ਗੱਲਾਂ ਆ ਵੀ ਤੁਹਾਡੇ ਬੱਚੇ ਪੜ੍ਹਨ, ਤੁਹਾਡੇ ਜਦੋਂ ਹਸਪਤਾਲ ਜਾਂਦੇ ਆ ਤਾਂ ਉੱਥੇ ਤੁਹਾਡਾ ਇਲਾਜ ਹੋਵੇ ਜਾਂ ਨਾ ਹੋਵੇ ਜੀ। ਇਹ ਸੋਚਣ ਦੀ ਹਰ ਇੱਕ ਵੋਟਰ ਦੀ ਗੱਲ ਹੈ, ਹਰ ਇੱਕ ਵੋਟਰ ਨੂੰ ਲੋੜ ਹੈ। ਬਿਲਕੁਲ ਜੀ। ਡਾਕਟਰ ਸਾਹਿਬ, G20 ਮੌਕੇ ਨਰਿੰਦਰ ਮੋਦੀ ਨੇ ਟਰੂਡੋ ਦੇ ਅੱਗੇ ਕੈਨੇਡਾ ਦੇ ਵਿੱਚ ਜੋ ਕੱਟੜਪੰਥੀਆਂ ਦੇ ਹੋ ਰਹੇ ਪਸਾਰ ਅਤੇ ਭਾਰਤੀਆਂ ਵਿਰੁੱਧ ਹਿੰਸਾ ਦਾ ਮੁੱਦਾ ਉਠਾਇਆ, ਕਿਵੇਂ ਦੇਖਦੇ ਜੀ? ਕਹਿੰਦੇ ਹੁੰਦੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਜੀ। ਪਹਿਲਾਂ ਇੱਕ ਦਿਖਾਂਤ ਬਣ ਕੇ ਤਾਂ ਫਿਰ ਇੱਕ ਮਜ਼ਾਕ ਬਣ ਕੇ ਜੀ। ਦਿਖਾਂਤ ਹੋਇਆ ਸੀ ਜਸਟਿਨ ਟਰੂਡੋ ਦੀ ਜਦੋਂ 2018 ਦੇ ਵਿੱਚ ਇਹਨਾਂ ਨੇ ਫੇਰੀ ਲਾਈ ਇੰਡੀਆ ਦੀ ਜੀ।
ਜਿਹੜੀ ਸ਼ੇਰਵਾਨੀ ਪਾ ਕੇ ਤੁਰੇ ਫਿਰਦੇ ਸੀ, ਕਈ ਦਿਨ ਰਹੇ ਜਿਹੜਾ ਬਿਨ ਸੱਦਿਆ ਮਹਿਮਾਨ ਨਹੀਂ ਹੁੰਦਾ ਉਸ ਤਰ੍ਹਾਂ ਤੁਰੇ ਫਿਰਦੇ ਰਹੇ, ਕਦੇ ਕਿਸੇ ਨੂੰ ਮਿਲਣ ਕਦੇ ਕਿਸੇ ਨੂੰ ਮਿਲਣ। ਤੇ ਇੰਨਾ ਡਿਜ਼ਾਸਟਰ ਇਹਨਾਂ ਦਾ ਹੋਇਆ ਕੈਂਪੇਨ ਉੱਥੇ। ਆਪਣੀ ਚ ਤਾਂ ਟੌਰ ਬਣਾਉਣ ਗਏ ਸੀ, ਸ਼ਾਇਦ ਇੰਨੀ ਮਾੜੀ PR ਨਹੀਂ ਹੋਣੀ ਜਿੰਨਾ ਚਿਰ ਉੱਥੇ ਰਹੇ। ਤੇ ਹੁਣ ਪਹਿਲਾਂ ਹੀ G20 ਅਟੈਂਡ ਕਰਨ ਤੋਂ ਪਹਿਲਾਂ ਹੀ ਕੁਝ ਘਟਨਾਵਾਂ ਇਦਾਂ ਦੀਆਂ ਵਰਤੀਆਂ ਜਿਹੜੇ ਉਹ ਕਹਿ ਲਓ ਸਿਤਾਰੇ ਪਹਿਲੇ ਨਜ਼ਰ ਆ ਰਹੇ ਸੀ। ਘਰ ਦੇ ਭਾਅ ਕਹਿੰਦੇ ਨੇ ਡੇੜੀ ਤੋਂ ਪਤਾ ਲੱਗ ਜਾਂਦਾ। ਇੱਕ ਤਾਂ ਸਾਡੀਆਂ ਜਿਹੜੀਆਂ ਟ੍ਰੇਡ ਟਾਕਸ ਚੱਲਦੀਆਂ ਸੀਗੀਆਂ, ਕੰਪਰੀਹੈਂਸਿਵ ਟ੍ਰੇਡ ਟਾਕਸ, ਇਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੇ ਬਿਜ਼ਨਸ ਕਾਉਂਸਲ ਆਫ ਕੈਨੇਡਾ ਨੂੰ ਪ੍ਰੋਮਿਸ ਕੀਤਾ ਸੀ ਵੀ ਅਸੀਂ ਟ੍ਰੇਡ ਦੀਆਂ ਇਸ ਵੇਲੇ ਕੰਪਰੀਹੈਂਸਿਵ ਕਰ ਰਹੇ ਹਾਂ ਗੱਲਬਾਤ, ਪਰ ਉਦੋਂ ਬਾਅਦ ਉਹਨਾਂ ਦੀ ਮੰਗ ਸੀ ਵੀ ਤੁਸੀਂ ਫ੍ਰੀ ਟ੍ਰੇਡ ਲਈ ਰਸਤਾ ਖੋਲੋ ਤੁਸੀਂ। ਤੇ ਉਹ ਕਹਿੰਦੇ ਵੀ ਅਸੀਂ ਬਾਅਦ ਦੇ ਵਿੱਚ ਫ੍ਰੀ ਟ੍ਰੇਡ ਦਾ ਅਗਲਾ ਸਟੈਪ ਆ, ਪਹਿਲਾਂ ਕੰਪਰੀਹੈਂਸਿਵ ਟ੍ਰੇਡ ਟਾਕਸ ਕਰਦੇ ਆ ਤਾਂ ਉਹਦੇ ਨਾਲ ਦੇਖਾਂਗੇ ਕਿਹੜੇ ਕਿਹੜੇ ਸੈਕਟਰ ਸਾਡੇ ਉਹਨਾਂ ਨੂੰ ਐਕਸਪੋਰਟ ਕਰ ਸਕਦੇ ਆ, ਜਿਹੜੀਆਂ ਉਹਨਾਂ ਨੇ ਚੀਜ਼ਾਂ ਕਿਹੜੀਆਂ ਅਸੀਂ ਇੰਪੋਰਟ ਕਰਨੀਆਂ। ਤਾਂ ਉਹ ਇੱਕਦਮ ਹੀ ਰੁਕ ਗਈ ਪਿਛਲੇ ਹਫ਼ਤੇ ਗੱਲ ਜੀ। ਤਾਂ ਇਹ ਦੱਸਿਆ ਨਹੀਂ ਅੱਜ ਤਾਈਂ ਵੀ ਕਾਰਨ ਕੀ ਜਾਣ ਲੱਗੇ ਸੀ ਜਦੋਂ ਪ੍ਰਾਈਮ ਮਿਨਿਸਟਰ ਇਹਨਾਂ ਨੂੰ ਪੁੱਛਦੇ ਵੀ ਕੀ ਗੱਲ ਕੀ ਹੋਈ, ਤਾਂ ਉਹ ਚੁੱਪ ਕਰ ਗਏ, ਉਹਨਾਂ ਨੇ ਕੁਝ ਨਹੀਂ ਕਿਹਾ। ਦੂਸਰੀ ਇੱਕ ਥੋੜੀ ਜੀ ਬੱਚਿਆਂ ਵਾਲੀ ਗੱਲ ਕੀਤੀ ਇਹਨਾਂ ਨੇ ਪਹਿਲਾਂ, ਜਦੋਂ ਸਟੇਟਮੈਂਟ ਦੇਤੀ ਕਿ ਦੇਖੋ ਇੰਡੀਆ ਵਾਲਿਆਂ ਨੇ ਰਸ਼ੀਆ ਨੂੰ ਤਾਂ ਇਨਵੀਟੇਸ਼ਨ ਦੇ ਦਿੱਤੀ ਆ, ਯੂਕਰੇਨ ਨੂੰ ਦਿੱਤੀ ਨਹੀਂ। ਉਹਦਾ ਫਰਕ ਇੰਨਾ ਹੀ ਸੀ ਵੀ ਰਸ਼ੀਆ ਵਾਲੇ ਤਾਂ ਮੈਂਬਰ ਹੈ G20 ਦੇ, ਉਹਨਾਂ ਨੂੰ ਜੇ G20 ਦੀ ਮੀਟਿੰਗ ਹੋ ਰਹੀ ਤਾਂ ਉਹਨਾਂ ਨੂੰ ਸੱਦਾ ਪੱਤਰ ਦੇਣਾ ਹੀ ਪੈਣਾ। ਯੂਕਰੇਨ ਵਾਲੇ ਨਹੀਂ ਆ। ਕਿਹੜੇ ਮਹਿਮਾਨ ਨੂੰ ਸੱਦਣਾ ਇੱਕ ਅਬਜ਼ਰਵਰ ਦੇ ਤੌਰ ਤੇ, ਕਿਹੜੇ ਨੂੰ ਨਹੀਂ ਸੱਦਣਾ, ਉਹ ਟਰੂਡੋ ਨੇ ਡਿਸਾਈਡ ਨਹੀਂ ਕਰਨਾ, ਉਹ ਇੰਡੀਆ ਵਾਲੇ ਡਿਸਾਈਡ ਕਰਨਗੇ। ਇਹ ਮਤਲਬ ਇੰਨੀ ਗੱਲ ਦਾ ਜੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੇ ਬੈਠ ਕੇ ਤੁਸੀਂ ਇਦਾਂ ਦੀ ਗੱਲ ਕਰਨੀ ਚੰਗੀ ਨਹੀਂ ਲੱਗਦੀ। ਫਿਰ ਜਦੋਂ ਏਸ਼ੀਆ ਦੇ ਵਿੱਚ ਪਹੁੰਚ ਗਏ, ਏਸ਼ੀਆਨ ਦੀ ਕਾਨਫਰੰਸ ਦੇ ਵਿੱਚ ਅਟੈਂਡ ਕੀਤੀ ਇਹਨਾਂ ਨੇ, ਤੇ ਨਿਊ ਦਿੱਲੀ ਨੂੰ ਅਜੇ ਫਲਾਈਟ ਫੜਨੀ ਸੀ ਇਹਨਾਂ ਨੇ, ਤਾਂ ਉੱਥੋਂ ਕਹਿਣ ਲੱਗ ਪਏ ਪਹਿਲਾਂ ਹੀ ਕਿ ਮੈਂ ਉਹਨਾਂ ਦੇ ਜਿਹੜਾ ਫੋਰਨ ਇੰਟਰਫੀਅਰੈਂਸ ਦਾ ਮੁੱਦਾ ਉਠਾ ਲੂੰਗਾ ਮੋਦੀ ਦੇ ਨਾਲ। ਅੱਛਾ, ਦੋ ਗੱਲਾਂ ਦੀ ਉਹਦੀ ਪ੍ਰੋਬਲਮ ਸੀ। ਇੱਕ ਤਾਂ ਫੋਰਨ ਇੰਟਰਫੀਅਰੈਂਸ ਤੇ ਅਜੇ ਜੱਜ ਹੋਗ ਦੀ ਜਿਹੜੀ ਇਨਕੁਆਇਰੀ ਬਿਠਾਲੀ ਆ, ਉਹਨਾਂ ਨੇ ਘੋਖ ਪੜਤਾਲ ਕਰਨੀ ਹੈ ਵੀ ਫੋਰਨ ਇੰਟਰਫੀਅਰੈਂਸ ਕਿਹੜੇ ਦੇਸ਼ ਕਰ ਰਹੇ ਆ, ਕਿਸ ਤਰ੍ਹਾਂ ਕਰ ਰਹੇ ਆ, ਕਿਹੜੇ ਨਾਨ ਸਟੇਟ ਐਕਟਰ ਕਰ ਰਹੇ ਆ, ਉਹ ਕਿਸ ਤਰ੍ਹਾਂ ਕਰ ਰਹੇ ਆ ਜੀ। ਸੋ ਤੁਹਾਡੇ ਤੋਂ ਪਹਿਲਾਂ ਐਵੀਡੈਂਸ ਤਾਂ ਹੋਵੇ ਨਾ, ਸਬੂਤ ਤਾਂ ਹੋਵੇ, ਫੇਰ ਤੁਸੀਂ ਲੈ ਕੇ ਜਾਂਦੇ ਆ। ਬਿਲਕੁਲ। ਜੇ ਪਹਿਲਾਂ ਹੀ ਕਹੀ ਜਾਂਦੇ ਅਸੀਂ ਇਹ ਗੱਲ ਠਾਲਣੀ ਉਹਨਾਂ ਦੇ ਨਾਲ। ਸ਼ਾਇਦ ਦੂਸਰੀ ਗੱਲ ਸੀ ਕਿ ਅਜੇ ਤਾਈਂ ਇਹ ਤੈਅ ਨਹੀਂ ਸੀ ਹੋਇਆ ਕਿ ਮੋਦੀ ਜਸਟਿਨ ਟਰੂਡੋ ਨੂੰ ਟਾਈਮ ਦੇਣਗੇ ਜਾਂ ਨਹੀਂ। ਫਿਰ ਤੀਸਰੀ ਗੱਲ ਹੈ ਏਜੰਡਾ ਜਿਹੜਾ ਆ ਗੱਲਬਾਤ ਦਾ, ਜੇ ਟਾਈਮ ਜੇ ਵੱਡੀ ਗੱਲ ਹੈ ਨਾ ਜੀ, ਜੇ ਮੀਟਿੰਗ ਹੋਵੇ ਤਾਂ ਜੇ ਉਹ ਤੋਂ ਬਾਅਦ ਫਿਰ ਜਿਹੜਾ ਏਜੰਡਾ ਆ ਉਹ ਦੋਹਾਂ ਦੇਸ਼ਾਂ ਦੇ ਡਿਪਲੋਮੈਟਸ ਬੈਠ ਕੇ ਪਹਿਲਾਂ ਗੱਲ ਕਰਦੇ ਆ ਵੀ ਆਹ ਗੱਲ ਜਿਹੜੀ ਆ ਕਰਨੀ ਆ, ਆਹ ਨਹੀਂ ਕਰਨੀ। ਇਹਨਾਂ ਨੇ 2 ਜੇਜ਼ ਉਦਾਂ ਹੀ ਇਗਨੋਰ ਕਰਕੇ ਚਲੇ ਗਏ ਉੱਥੇ। G20 ਦੀ ਮੀਟਿੰਗ ਹੋਈ, G20 ਤੇ ਮੋਦੀ ਨੇ ਤਕਰੀਬਨ ਸਾਰੇ ਹੈਡਸ ਆਫ ਦੀ ਸਟੇਟ ਨਾਲ ਮੀਟਿੰਗ ਕੀਤੀ ਉਹਨਾਂ ਨੇ, ਪਰ ਜਸਟਿਨ ਟਰੂਡੋ ਨੂੰ ਨੇ ਟਾਈਮ ਦਿੱਤਾ, ਜਿਹੜੀ 1-to-1 ਮੀਟਿੰਗ ਹੁੰਦੀ ਹੈ ਜੀ ਜੀ। ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਉਹ ਸਾਈਡ ਤੇ ਸੀ, ਜਿੱਦਾਂ ਆਪਾਂ ਤੁਰੇ ਜਾਂਦੇ ਰੁਕ ਜੀਏ ਕਿਸੇ ਕੋਲੇ, ਆਪਾਂ ਮੀਟਿੰਗ ਤੇ ਜਾਂਦੇ ਆ ਜਾਂ ਕਿਤੇ ਖਾਣਾ ਖਾਣ ਜਾਂਦੇ ਆ, ਕੋਈ ਸਾਨੂੰ ਕੁਰਸੀ ਤੋਂ ਉਠਾ ਕੇ ਇੱਕ ਪਾਸੇ ਲੈ ਜਾਵੇ ਵੀ ਚੱਲ ਨਾਲੇ ਆਪਾਂ ਕੋਕ ਪੀ ਲੈਣੇ ਨਾਲੇ ਗੱਲ ਕਰ ਲੈਣੇ। ਤੇ ਉਹ ਉਹਨਾਂ ਕੁ ਮੂਵਮੈਂਟ ਦਿੱਤਾ ਸੀ ਮੋਦੀ ਨੇ, ਤੇ ਉਹਦੇ ਤੇ ਮੇਰਾ ਖਿਆਲ ਖਫਾ ਵੀ ਹੋਇਆ ਹੋਣਾ ਜਸਟਿਨ ਟਰੂਡੋ, ਪਰ ਖੈਰ ਇਹਨਾਂ ਨੇ ਇੱਕ ਪਾਸੇ ਹੋ ਕੇ ਇਹਨਾਂ ਨੇ ਗੱਲ ਕੀਤੀ। ਤੇ ਇਹਨਾਂ ਦੇ ਬਾਅਦ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਫਿਰ ਸਵਾਲ ਇਹ ਪੁੱਛਿਆ ਸੀ ਵੀ ਤੁਸੀਂ ਕਹਿੰਦੇ ਸੀ ਫੋਰਨ ਇੰਟਰਫੀਅਰੈਂਸ ਤੇ ਗੱਲ ਕਰਨੀ ਆ ਵੀ ਕੀਤੀ ਹੈ। ਉਹਦੇ ਤੇ ਇਹਨਾਂ ਦਾ ਜਵਾਬ ਸੀ ਮੈਂ ਰੂਲ ਆਫ ਲਾਅ ਤੇ ਗੱਲ ਕੀਤੀ ਹੈ, ਮੈਂ ਸੋਵਰਨਟੀ ਤੇ ਗੱਲ ਕੀਤੀ ਹੈ। ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਆ,
ਤੁਸੀਂ ਕਹੋਗੇ ਮੈਂ ਪੰਜਾਬ ਦੇ ਵਿੱਚ ਹੜ੍ਹਾਂ ਬਾਰੇ ਗੱਲ ਕਰਨੀ ਹੈ, ਭਾਖੜਾ ਡੈਮ ਤੋਂ ਕਿਉਂ ਪਾਣੀ ਛੱਡਿਆ। ਤੇ ਬਾਹਰ ਤਾਂ ਇਹ ਗੱਲ ਕਰਕੇ ਚੱਲ ਗਏ। ਬਿਲਕੁਲ। ਫੇਰ ਤੁਸੀਂ ਕਿਤੇ ਇੰਟਰਨੈਸ਼ਨਲ ਮੀਟਿੰਗ ਤੇ ਬੈਠੇ ਆ, ਤੁਸੀਂ ਸ਼ਬਦ ਯੂਜ਼ ਕਰ ਲਿਆ ਸਾਊਥ ਏਸ਼ੀਆ। ਸਾਊਥ ਪੱਤਰਕਾਰ ਪੁੱਛਣ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਸੀ ਹੜ੍ਹਾਂ ਬਾਰੇ ਗੱਲ ਕਰਨੀ ਆ, ਭਾਖੜਾ ਤੋਂ ਜਿਹੜਾ ਪਾਣੀ ਛੱਡਿਆ ਉਹਦੇ ਬਾਰੇ ਗੱਲ ਕਰਨੀ, ਉਹ ਗੱਲ ਹੀ ਨਹੀਂ ਕੀਤੀ ਤੁਸੀਂ। ਕਹਿੰਦੇ ਮੈਂ ਸ਼ਬਦ ਸਾਊਥ ਏਸ਼ੀਆ ਤਾਂ ਵਰਤਿਆ ਸੀ। ਸਾਊਥ ਏਸ਼ੀਆ ਦੇ ਵਿੱਚ ਇੰਡੀਆ ਆ, ਇੰਡੀਆ ਦੇ ਵਿੱਚ ਪੰਜਾਬ ਆ, ਪੰਜਾਬ ਦੇ ਵਿੱਚ ਭਾਖੜਾ ਆ। ਸਮਝ ਲਓ ਗੱਲ ਹੋ ਗਈ। ਸਮਝ ਲਓ ਹੋ ਗਈ। ਸੋ ਸੋਵਰੇਨਟੀ ਜਿਹੜਾ ਸ਼ਬਦ ਆ ਉਹ ਇਹ ਆ ਵੀ ਪ੍ਰਭੂ ਸੱਤਾ ਹੁੰਦੀ ਹੈ। ਇਹਦੇ ਵਿੱਚ ਰੈਕਗਨੀਸ਼ਨ ਹੈ UN ਦੀ ਕਿ ਜਿਨ੍ਹਾਂ ਦੇਸ਼ਾਂ ਦੇ ਕੋਲ ਸੋਵਰੇਨਟੀ ਆ, ਦੂਸਰੇ ਦੇਸ਼ ਉਹਨਾਂ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦੇ। ਇਹ ਮਤਲਬ ਮੰਨਿਆ ਆ। ਜੀ ਇਹ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਸਾਬਤ ਕਰਦੇ ਹੋਣੇ ਆ। ਅੱਛਾ, ਫੇਰ ਇੱਕ 2 ਡਿਨਰ ਹੋਏ ਨਾ ਉੱਥੇ। ਇੱਕ ਤਾਂ ਸਟੇਟ ਡਿਨਰ ਸੀ ਜਿੱਥੇ ਸਾਰੇ ਹੈਡਸ ਆਫ ਦੀ ਸਟੇਟਸ, ਹੈਡ ਆਫ ਦੀ ਗਵਰਨਮੈਂਟ G20 ਦੇ ਸੀ ਤੇ ਇੰਡੀਆ ਦੇ ਸੀ। ਉਹਨਾਂ ਨੇ G20 ਦੇ ਹਿਸਾਬ ਦੇ ਨਾਲ ਉਹਨਾਂ ਨੂੰ ਸਟੇਟ ਡਿਨਰ ਦਿੱਤਾ ਰਾਸ਼ਟਰਪਤੀ ਵੱਲੋਂ। ਤੇ ਫਿਰ ਦੂਸਰਾ ਡਿਨਰ ਸੀ ਮੋਦੀ ਦਾ, ਨਰਿੰਦਰ ਮੋਦੀ ਦਾ ਆਪਣਾ। ਉਹਦੇ ਤੇ ਸਾਰੇ ਗਏ, ਜਸਟਨ ਟਰੂਡੋ ਨੇ ਗਿਆ। ਇਹਨਾਂ ਨੇ ਉਹ ਜਿਹੜਾ ਡਿਨਰ ਸੀ ਅਟੈਂਡ ਨਹੀਂ ਕੀਤਾ। ਦੂਸਰੇ ਦਿਨ ਸਵੇਰ ਨੂੰ ਉੱਠ ਕੇ ਸਾਰੇ ਲੀਡਰ ਜਾਂਦੇ ਸੀ ਮਹਾਤਮਾ ਗਾਂਧੀ ਦੀ ਸਮਾਧੀ ਤੇ ਫੁੱਲ ਚੜਾਉਣ। ਉੱਥੇ ਪ੍ਰਾਈਮ ਮਿਨਿਸਟਰ ਮੋਦੀ ਵੀ ਖੜੇ ਸੀ। ਉਹ ਉਹਨਾਂ ਨੂੰ ਜਿੱਦਾਂ ਆਦਤ ਹੁੰਦੀ ਹੈ ਨਾ, ਹਿੰਦੁਸਤਾਨੀਆਂ ਨੂੰ ਵੈਸੇ ਸਾਰਿਆਂ ਨੂੰ ਆਦਤ ਆ ਕਿ ਹੱਥ ਮਿਲਾਉਣਗੇ, ਫਿਰ ਹੱਥ ਤੁਹਾਡਾ ਕਿੰਨਾ ਚਿਰ ਫੜੀ ਰੱਖਣਗੇ, ਉਹਨੂੰ ਹਲਾਈ ਜਾਣਗੇ ਤਾਂ ਉਹਨਾਂ ਚਿਰ ਫੋਟੋਆਂ ਖਿੱਚ ਹੁੰਦੇ ਆ। ਤੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਆਏ, ਉਹਨਾਂ ਦਾ ਹੱਥ ਫੜਿਆ। ਉਦੋਂ ਬਾਅਦ ਕੋਈ ਨੈਦਰਲੈਂਡ ਦੇ ਆਏ, ਉਹਨਾਂ ਦਾ ਹੱਥ ਫੜਿਆ। ਤੇ ਇਹ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦਾ ਵੀ ਹੱਥ ਤਾਂ ਮਿਲਾਇਆ ਇਹਨਾਂ ਨਾਲ। ਤਾਂ ਉਦੋਂ ਬਾਅਦ ਜਦੋਂ ਏਦਾਂ ਹਿਲਾਉਣ ਲੱਗੇ ਤਾਂ ਇਹਨੇ ਖਿੱਚ ਲਿਆ ਜਸਟਨ ਟਰੂਡੋ ਨੇ। ਜੇ ਤੁਸੀਂ ਫੋਟੋ ਦੇਖਦੇ ਆ, ਤੁਸੀਂ ਅੱਜ ਵੀ YouTube ਤੇ ਹੋਣੀ ਆ ਸਾਰੀ ਕਾਰਵਾਈ, ਉਹਨਾਂ ਦੀ ਉਹਦੀ ਵੀਡੀਓ ਹੈਗੀ ਆ। ਉਹ ਤੋਂ ਹੱਥ ਪਰੇ ਕਰ ਲਿਆ ਤੇ ਹੱਥ ਪਰੇ ਕਰਨ ਦਾ ਉਹ ਫਿਰ ਆਪਣੇ ਕਿਸੇ ਰਿਪੋਰਟਰ, ਕੈਨੇਡੀਅਨ ਰਿਪੋਰਟਰ ਨੇ ਕਿਹਨੇ ਪੁੱਛਿਆ, ਇਹਨਾਂ ਦੇ ਨਾਲ ਗਿਆ ਸੀ। ਉਹ ਕਹਿੰਦੇ ਵੀ ਤੁਸੀਂ ਕਿਉਂ ਹੱਥ ਪਰੇ ਕੀਤਾ? ਤਾਂ ਉਹ ਕਹਿੰਦੇ ਤੁਸੀਂ ਜੋ ਮਰਜ਼ੀ ਮਤਲਬ ਸਮਝ ਲਓ, ਮੈਂ ਨਹੀਂ ਕੁਝ ਕਹਿਣਾ। ਤੇ ਹੁਣ ਜਿਹੜੇ ਥੱਲੇ ਕਮੈਂਟ ਨਹੀਂ ਲਿਖਦੇ ਹੁੰਦੇ, ਜਿਹੜੇ ਅਖਬਾਰਾਂ ਦੀ ਖਬਰਾਂ ਪੜ੍ਹ ਕੇ ਥੱਲੇ ਕਮੈਂਟ ਲਿਖਿਆ, ਕੈਪਸ਼ਨ ਲੋਕੀ ਉਹ ਮਜ਼ਾਕ ਕਰਦੇ ਆ। ਕਿਸੇ ਨੇ ਲਿਖਿਆ ਮੋਦੀ ਨੇ ਦੇ ਚੁੰਡੀ ਵੜ ਦਿੱਤੀ, ਮੋਦੀ ਨੇ ਘੁੱਟ ਕੇ ਨਹੀਂ ਹੱਥ ਫੜਿਆ ਸੀ। ਅੱਛਾ, ਫੇਰ ਦੇਖੋ ਵੀ ਸਿਤਾਰੇ ਇੰਨੇ ਮਾੜੇ ਸੀ। ਉਸ ਜੋ ਵੀ ਕੁਝ ਹੋਇਆ ਉੱਥੇ, ਉਹ ਜੋ ਕੁਝ ਇਹ ਨਹੀਂ ਚਾਹੁੰਦੇ ਸੀ ਉਹ ਹੋਇਆ ਉੱਥੇ। ਡੈਕਲੇਰੇਸ਼ਨ ਜਿਹੜੀ ਗੱਲ ਕਰਦੇ ਆ, ਇੰਡੀਆ ਦੀ ਇਸ ਵੇਲੇ ਮੇਰਾ ਖਿਆਲ ਸਭ ਤੋਂ ਵਧੀਆ ਡਿਪਲੋਮੈਟਿਕ ਜਿੱਤ ਆ ਕਿ ਉਹਨਾਂ ਨੇ ਇੱਕ ਪਾਸੇ ਤਾਂ ਵੈਸਟ ਵਾਲੇ ਬੈਠੇ ਸੀ, ਜਿਹਦੇ ਵਿੱਚ ਅਮਰੀਕਾ ਵਾਲੇ, ਕੈਨੇਡਾ ਵਾਲੇ, ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਯੂਰਪੀਅਨ ਯੂਨੀਅਨ ਦੇ ਨੁਮਾਇੰਦੇ ਜਿਹੜੇ ਕੋਸ਼ਿਸ਼ ਕਰਦੇ ਸੀ ਵੀ ਰਸ਼ੀਆ ਨੂੰ ਕੰਡੈਮ ਕੀਤਾ ਜਾਵੇ, ਯੂਕਰੇਨ ਨੂੰ ਵਿਕਟਮ ਦੇ ਤੌਰ ਤੇ ਸਾਬਤ ਕੀਤਾ ਜਾਵੇ, ਜਿੱਦਾਂ ਪਿਛਲੇ ਸਾਲ ਬਾਲੀ ਦੇ ਵਿੱਚ ਕੀਤਾ ਸੀ ਉਹਨਾਂ ਨੇ। ਤੇ ਦੂਸਰੇ ਪਾਸੇ ਰਸ਼ੀਆ, ਚੀਨ ਵਾਲੇ ਬੈਠੇ ਸੀ ਵੀ ਨਹੀਂ ਇਹ ਕਰਨ ਦੇਣੀ। ਉਹਨਾਂ ਦੇ ਸਮਰਥਕ ਬ੍ਰਾਜ਼ੀਲ ਵਾਲੇ ਬੈਠੇ ਸੀ, ਸਾਊਥ ਅਫਰੀਕਾ ਵਾਲੇ ਬੈਠੇ ਸੀ। ਪਰ ਇੰਡੀਆ ਨੇ ਬਿਲਕੁਲ ਮਿਡਲ ਦੇ ਵਿੱਚ ਰਾ ਕੇ ਵੀ ਉਹਦੇ ਇਹੋ ਜਿਹਾ ਡੈਕਲੇਰੇਸ਼ਨ ਇਹਨਾਂ ਨੇ ਲਿਖਿਆ ਕਿ ਉਹਦੇ ਵਿੱਚ ਨਾਂ ਤਾਂ ਲਿਆ ਉਹਨਾਂ ਨੇ ਰਸ਼ੀਆ ਦਾ, ਪਰ ਉਹ ਇਸ ਕਰਕੇ ਲਿਆ ਵੀ ਜਿਹੜੀ ਉੱਥੋਂ ਯੂਕਰੇਨ ਤੋਂ ਗ੍ਰੇਨ ਐਕਸਪੋਰਟ ਕਰਦੇ ਆ ਵੀ ਉਹ ਗਰੀਬ ਦੇਸ਼ਾਂ ਨੂੰ ਜਾ ਲੈਣੀ ਦੇਣੀ ਚਾਹੀਦੀ, ਵੀ ਉੱਥੋਂ ਤੁਸੀਂ ਉੱਥੋਂ ਲੜਾਈ ਜਿਹੜੀ ਬੰਦ ਕਰ ਦਿਓ। ਇੰਨਾ ਕਿਹਾ ਜਿਵੇਂ ਪੰਚਾਇਤੀ ਬੰਦਾ ਕਹਿੰਦਾ ਵੀ ਆ ਯਾਰ ਤੇਰੇ ਹਾਸੇ ਮਾੜੀ ਗੱਲ ਹੈ, ਮਾੜੇ ਉਦਾਂ ਹੀ ਬਈ ਤੈਨੂੰ ਸਤਿ ਸ੍ਰੀ ਅਕਾਲ ਬੁਲਾ ਲੈਣੀ ਚਾਹੀਦੀ ਸੀ। ਇਹ ਉਹ ਬੜੀ ਵੱਡੀ ਜਿੱਤ ਆ। ਉਹਦੇ ਤੇ ਵੀ ਜਸਟਨ ਟਰੂਡੋ ਖਫਾ ਸੀ ਵੀ ਜਿੱਦਾਂ ਅੱਗੇ ਸਾਡੀ ਧੌਂਸ ਚੱਲਦੀ ਹੁੰਦੀ ਸੀ ਵੈਸਟ ਦੀ, ਹੁਣ ਚੱਲੀ ਨਹੀਂ, ਉਹਨਾਂ ਨੇ ਪੁੱਛਿਆ ਹੀ ਨਹੀਂ। ਤੇ ਅਖੀਰਲੀ ਜਿਹੜੀ ਮਾੜੀ ਗੱਲ ਹੋਈ ਹੈ ਜਸਟਨ ਟਰੂਡੋ ਲਈ, ਉਹ ਸਾਡਾ ਜਿਹੜਾ ਪਲੇਨ ਆ ਇਹਨਾਂ ਦਾ, ਉਹਦੇ ਵਿੱਚ ਟੈਕਨੀਕਲ ਡਿਫਿਕਲਟੀਜ਼ ਆ ਗਈਆਂ। ਇਹ ਤਾਂ ਚੱਲੇ ਸੀ ਦਿੱਲੀ ਤੋਂ ਉਡਾਨ,
ਤੁਰ ਪਏ ਸੀ ਆਪਣੇ ਹੋਟਲ ਤੋਂ ਤਾਂ ਉਹਨਾਂ ਨੇ 에ਅਰਫੋਰਸ ਵਾਲਿਆਂ ਨੇ ਦੱਸਿਆ ਇਹਨਾਂ ਨੂੰ ਵੀ ਇਹਦੇ ਵਿੱਚ ਕੋਈ ਟੈਕਨੀਕਲ ਡਿਫਿਕਲਟੀਜ਼ ਆ ਵੀ ਇੱਥੇ ਰਾਤ ਹੋਰ ਰਹਿਣਾ ਪੈਣਾ। ਤਾਂ ਫੇਰ ਹੁਣ ਜੇ ਤਾਂ ਤੁਹਾਡੀ ਬਹੁਤਿਆਂ ਨਾਲ ਬਣੀ ਹੋਵੇ, ਪਹਿਲੀ ਤਾਂ ਗੱਲ ਤੁਸੀਂ ਹੋਸਟ ਕੰਟਰੀ ਨੂੰ ਕਹੋ, ਤੁਸੀਂ ਪ੍ਰਾਈਮ ਮਿਨਿਸਟਰ ਆ ਵੀ ਭਾਈ ਮੈਨੂੰ ਇੱਕ ਪਲੇਨ ਦਿਓ। ਇੰਡੀਆ ਵਾਲਿਆਂ ਨੇ ਪਲੇਨ ਦੇ ਦੇਣਾ ਸੀ, ਉਹਨਾਂ ਤੋਂ ਬਥੇਰੇ ਪਲੇਨ ਪਏ, ਬਥੇਰੇ, ਕੋਈ ਕਮੀ ਨਹੀਂ। ਜੇ ਉਹ ਨਹੀਂ ਤਾਂ ਸਭ ਤੋਂ ਵੱਧ ਪਲੇਨ ਦੁਨੀਆ ਦੇ ਵਿੱਚ ਹਰੇਕ ਜਗ੍ਹਾ ਤੇ ਯੂਐਸ ਦੇ ਕੋਲ ਆ। ਇਹਨਾਂ ਦੇ ਮਿਲਟਰੀ ਸਟੇਸ਼ਨਸ ਹੈ ਨਾ, ਇਹ ਕੱਲੇ ਯੂਐਸ ਦੇ ਵਿੱਚ ਹੀ ਨਹੀਂ, ਦੁਨੀਆ ਦੇ ਵਿੱਚ ਇਹਨਾਂ ਦੇ ਸਾਰੇ। ਜੇ ਕੋਈ ਪਲੇਨ ਕਿਸੇ ਨੇ ਕੋਈ ਵੀ ਚਾਹੀਦੀ ਏਡ ਵਗੈਰਾ ਤਾਂ ਸਭ ਤੋਂ ਜਲਦੀ ਯੂਐਸ ਵਾਲੇ ਪਹੁੰਚਾ ਸਕਦੇ ਹੋ। ਤੇ ਇਹ ਪਤਾ ਨਹੀਂ ਕਿਉਂ ਨਹੀਂ ਕਿਹਾ, ਯੂਐਸ ਵਾਲਿਆਂ ਨੂੰ ਕਹਿੰਦੇ ਉਹਨਾਂ ਨੇ ਦੇ ਦੇਣਾ ਸੀ ਪਲੇਨ, ਜੇ ਇੰਡੀਆ ਤੋਂ ਨਹੀਂ ਲੈਣਾ। ਇੰਡੀਆ ਵਾਲਿਆਂ ਤਾਂ ਚਲੋ ਹੱਥ ਵੀ ਨਹੀਂ ਮਿਲਾਉਣਾ ਚਾਹੁੰਦੇ ਸੀ। ਇੰਡੀਆ ਤੋਂ ਬਜਾਏ ਤੁਸੀਂ ਯੂਐਸ ਵਾਲਿਆਂ ਦੇ ਫਰੈਂਡ ਆ, ਤੁਸੀਂ ਉਹਨਾਂ ਦੇ ਜੋ ਬਾਈਡਨ ਦੀ ਚਮਚੀ ਮਾਰਦੇ ਹਮੇਸ਼ਾ ਹੀ, ਤੁਸੀਂ ਕਹੋ ਭਾਈ ਇੱਕ ਪਲੇਨ ਦੇ, ਮੈਂ ਵਾਪਸ ਚਲ ਜਾਣਾ। ਤੇ ਜਿਹੜਾ ਹੁਣ ਭੇਜਿਆ ਹੈ, ਕੱਲ 5 ਵਜੇ ਤੁਰਿਆ ਸੀ ਇਥੋਂ ਆਪਣੇ ਵੈਨਕੂਵਰ ਟਾਈਮ ਦੇ ਨਾਲ, ਤੇ ਅਜੇ ਹੁਣ ਦੂਸਰਾ ਪਲੇਨ ਲੈ ਕੇ ਆਊਗਾ ਇਹਨਾਂ ਨੂੰ, ਜਿਹੜਾ ਵੀ ਜੋ ਵੀ ਇੰਤਜ਼ਾਮ ਕੀਤਾ। ਜਿਹੜਾ ਪਹਿਲਾ ਪਲੇਨ ਆ ਉਹਦੀ ਅਜੇ ਟੈਕਨੀਕਲ ਡਿਫਿਕਲਟੀ ਦਾ ਪਤਾ ਨਹੀਂ ਲੱਗਾ ਵੀ ਕੀ ਉਹਦੇ ਵਿੱਚ ਆਇਆ ਹੈ ਕੀ ਨਹੀਂ ਆਇਆ। ਫੇਰ ਅੱਛਾ ਗੱਲ ਹੈਗੀ ਆ, ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਨੇ ਇਹ ਗੱਲ ਕਹੀ ਆ, ਉਹਨਾਂ ਨੇ ਰੈਫਰੈਂਡਮ ਦੇ ਵਗੈਰਾ ਦੀ ਨਹੀਂ ਕੋਈ ਗੱਲ ਕੀਤੀ। ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਸਾਡੇ ਡਿਪਲੋਮੈਟਸ ਆ, ਜਿਹੜੇ ਬੰਦੇ ਤੁਹਾਡੇ ਉੱਥੇ ਖਾਲਿਸਤਾਨੀ ਆ, ਉਹ ਉਹਨਾਂ ਨੂੰ ਟਾਰਗੇਟ ਕਰਦੇ ਆ। ਉਹਨਾਂ ਦੀਆਂ ਫੋਟੋ ਲਾਈਆਂ ਸੀ ਜਿੱਦਾਂ ਕਿਸੇ ਬਦਮਾਸ਼ ਦੀਆਂ ਲਾਈਆਂ ਹੁੰਦੀਆਂ ਵੀ ਇਹਨਾਂ ਨੇ ਆਹ ਕੰਮ ਕੀਤਾ, ਇਹਨਾਂ ਨੇ ਆਹ ਕੰਮ ਕੀਤਾ। ਫੇਰ ਦੇਖੋ ਮੰਦਰਾਂ ਤੇ ਹਮਲੇ ਕਰਦੇ ਆ, ਮੰਦਰਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖ ਕੇ ਆਉਂਦੇ ਆ। ਇੱਥੇ ਹਾਈ ਕਮਿਸ਼ਨ ਨੂੰ ਡਿਨਰ ਕੀਤਾ, ਉੱਥੇ ਆਉਣ ਵਾਲੇ ਬੰਦਿਆਂ ਨੂੰ ਕੁੱਟ ਰਹੇ ਆ। ਇਹ ਜਸਟਨ ਟਰੂਡੋ ਦਾ ਨੂੰ ਪਤਾ ਹੋਣਾ ਵੀ ਇਹ ਫਰੀडम ਆਫ ਸਪੀਚ ਹੁੰਦੀ ਹੈ। ਬਿਲਕੁਲ, ਮਤਲਬ ਕਿਸੇ ਬੰਦੇ ਨੂੰ ਕੁੱਟਿਆ ਜਾਵੇ ਤਾਂ ਇਹ ਫਰੀडम ਆਫ ਸਪੀਚ ਹੁੰਦੀ ਹੈ। ਵੀ ਜੋ ਤੁਸੀਂ ਇੱਥੇ ਸਰੀ ਚਾਹੇ ਤੁਹਾਡੇ 4 ਛਿੱਤਰ ਫੇਰੇ ਜਾਣ, ਤੁਸੀਂ ਇਹਨੂੰ ਕਹਿ ਦੋ ਵੀ ਸਰੀ ਇਹਦੀ ਫਰੀडम ਆਫ ਸਪੀਚ ਇਦਾਂ ਦੀ ਹੁੰਦੀ ਹੈ। ਬਿਲਕੁਲ। ਤੇ ਉਹਨਾਂ ਨੇ ਇਸੇ ਗੱਲ ਤੇ ਵੀ ਜੇ ਦੇਖੋ ਸਾਡੇ ਡਿਪਲੋਮੈਟਿਕ ਰਿਲੇਸ਼ਨਸ ਆ, ਜਿਹੜਾ ਸਾਡਾ ਭਾਈਚਾਰਾ ਉੱਥੇ ਰਹਿੰਦਾ, ਅਸੀਂ ਨਹੀਂ, ਗਵਰਨਮੈਂਟ ਜਿਹੜੀ ਇੰਡੀਆ ਦੀ ਆ ਉਹ ਨੇ ਆਵਾਜ਼ ਉਠਾਊਗੀ, ਦੱਸੋ ਕਿਹੜੀ ਕੌਣ ਉਠਾਊ। ਬਿਲਕੁਲ। ਫਿਰ ਸਾਡੇ ਡਿਪਲੋਮੈਟ, ਤੁਹਾਡੇ ਡਿਪਲੋਮੈਟ ਵੀ ਉੱਥੇ ਆ, ਕੈਨੇਡੀਅਨ ਐਮਬੈਸਡਰ ਵੀ ਤਾਂ ਦਿੱਲੀ ਬੈਠਾ ਹੈ, ਇਹਨਾਂ ਦੇ ਕੌਂਸਲ ਜਨਰਲ ਬੈਠੇ ਆ, ਉਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ, ਕਦੇ ਵੀ ਉਹਨਾਂ ਦਾ ਨਾਂ ਨਹੀਂ ਲੈਂਦਾ ਕੋਈ। ਜੀ, ਇਹ ਇੰਡੀਆ ਦਾ ਫਰਜ਼ ਬਣਦਾ ਕਿ ਉਹਨਾਂ ਦੀ ਹਿਫਾਜ਼ਤ ਕੀਤੀ ਜਾਵੇ, ਤੇ ਕੈਨੇਡਾ ਦਾ ਵੀ ਇਹੀ ਫਰਜ਼ ਬਣਦਾ ਕਿ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਜਿਹੜੇ ਉਹਨਾਂ ਦੇ ਡਿਪਲੋਮੈਟਸ ਆਏ। ਇਸ ਦੇ ਕਿਸੇ ਬਹਾਨੇਬਾਜ਼ੀ ਕਰਕੇ ਤੇ ਜਿਹੜੇ ਆਹ ਬਿਆਨ ਦੇ ਜਾਣੇ ਜੀ ਫਰੀडम ਆਫ ਸਪੀਚ ਹੋਣੀ ਹੈ, ਫਰੀडम ਆਫ ਸਪੀਚ ਹੋਣੀ ਹੈ, ਐਵੇਂ ਜਿੱਦਾਂ ਚੇਤੇ ਕੀਤੀਆਂ 4 ਗੱਲਾਂ, ਨਾ ਪਤਾ ਇਹਦਾ ਵੀ ਫਰੀडम ਆਫ ਸਪੀਚ ਨੂੰ ਕਿਹਨੂੰ ਕਹਿੰਦੇ ਆ, ਕਿ ਨਾ ਖਾਈਦੀ ਆ। ਇਹ ਫਰੀडम ਆਫ ਸਪੀਚ ਹੁੰਦੀ ਹੈ ਵੀ ਕਿਸੇ ਦੇ ਛਿੱਤਰ ਫੇਰੀ ਆ। ਬਿਲਕੁਲ। ਤੁਸੀਂ ਹਾਂ ਠੀਕ ਆ, ਆਪਣੇ ਤੁਹਾਨੂੰ ਉਹਨਾਂ ਬੰਦਿਆਂ ਨੇ ਜੋ ਲੀਡਰਸ਼ਿਪ ਦੇ ਵਿੱਚ ਰੋਲ ਪਲੇ ਕੀਤਾ ਹੋਣਾ, ਬਾਕੀ ਜਿਹੜਾ ਰੌਲਾ ਰੱਪਾ ਜਿਹਦਾ ਮੀਡੀਆ ਦੇ ਵਿੱਚ ਜ਼ਿਆਦਾ ਪੈਂਦਾ ਆ, ਰੈਫਰੈਂਡਮ ਕਰਾ ਲਿਆ ਜੀ, ਰੈਫਰੈਂਡਮ ਕਰਾ ਲਿਆ। ਰੈਫਰੈਂਡਮ ਤੇ ਮੈਂ ਤਾਂ ਮੀਡੀਆ ਨੂੰ ਵੈਸੇ ਕਹਿਣਾ ਹੁੰਦਾ ਵੀ ਠੀਕ ਹੈ ਜੇ ਪੁੱਛਣਾ ਆ, ਜਿੰਨਾ ਚਿਰ ਰੈਫਰੈਂਡਮ ਪੰਜਾਬ ਦੇ ਵਿੱਚ ਨਹੀਂ ਹੁੰਦਾ ਨਾ, ਜਿਹੜੇ ਵੀ ਰਿਜ਼ਲਟ ਆਉਣੇ ਆ, ਮਤਲਬ ਉਹ ਰੈਫਰੈਂਡਮ ਕਰਾਉਣਾ ਪੰਜਾਬ ਦੇ ਵਿੱਚ ਵੀ ਜਾਂ ਕਿਊਬੈਕ ਦੇ ਵਿੱਚ, ਸਕਾਟਲੈਂਡ ਦੇ ਵਿੱਚ, ਉਹਨਾਂ ਰਾਜ ਨਹੀਂ ਮਿਲ ਜਾਂਦਾ। ਇਹ ਇੰਨਾ ਸੌਖਾ ਨਹੀਂ ਹੈ। ਪਰ ਕਮ ਸੇ ਕਮ ਜਿੱਦਾਂ ਅਸੀਂ ਸਟੈਪ ਕਰਦੇ ਆ ਨਾ 1 ਤੋਂ ਲੈ ਕੇ 10ਵੇਂ ਤਾਈਂ, ਉਹ ਸ਼ੁਰੂ ਕਰਨਾ ਹੈ ਤਾਂ ਪੰਜਾਬ ਤੋਂ ਕਰੋ। ਜੇ ਕਿਸੇ ਦੀ ਹਿੰਮਤ ਹੈਗੀ ਆ ਤੁਸੀਂ ਰੈਫਰੈਂਡਮ ਕਰਾਉਣਾ ਤਾਂ ਪੰਜਾਬ ਤੋਂ ਕਰਾਓ। ਆਹ ਹੈਗਾ ਮੂਰਖਾਂ ਦਾ ਕੰਮ। ਹੁਣ ਇਹ ਤੇ ਡਿਬੇਟ ਹੋਣਾ, ਤੁਸੀਂ ਅੱਜ ਸਾਰਾ ਦਿਨ ਰੇਡੀਓ ਸੁਣ ਲਿਓ, ਇਹ ਤੇ ਲੱਗੇ ਹੋਣੇ। ਜਿੱਦਾਂ ਕਹਿੰਦੇ 2 ਅਮਲੀ ਸੀ, ਉਹ ਕਹਿੰਦਾ ਡੋਡੇ ਪੀਣ ਲੱਗੇ, ਉਹ ਇੱਕ ਅਮਲੀ ਕਹਿੰਦਾ ਯਾਰ ਤੇਰੀ ਮੱਝ ਦੇ ਕਹਿੰਦਾ ਜੂਆਂ ਬੜੀਆਂ ਪਈਆਂ ਐ। ਉਹ ਕਹਿੰਦਾ ਨਹੀਂ ਚਿੱਚੜ ਹੁੰਦੇ ਆ, ਇਹ ਜੂਆਂ ਨਹੀਂ ਹੁੰਦੀਆਂ। ਨਹੀਂ ਕਹਿੰਦਾ ਮੈਂ ਤਾਂ ਜੂਆਂ ਦੇਖ ਕੇ ਆਇਆ। ਉਹ ਕਹਿੰਦਾ ਚਿੱਚੜ ਹੁੰਦੇ ਆ ਮੱਝਾਂ ਦੇ, ਜੂਆਂ ਨਹੀਂ ਹੁੰਦੀਆਂ। ਉਹਨਾਂ ਨੇ ਸਾਰਾ ਦਿਨ ਡੋਡੇ ਪੀਂਦਿਆਂ ਦੇ ਇਸ ਗੱਲ ਤੇ ਲਾਤਾ ਵੀ ਚਿੱਚੜ ਹੁੰਦੇ ਕਿ ਜੂਆਂ ਹੁੰਦੀਆਂ।
ਰੈਫਰੈਂਡਮ ਕਰਾ ਲਿਆ, ਨਹੀਂ ਕਰਾ ਲਿਆ, ਸਰੀ ਚ ਕਰਾ ਲਿਆ, ਉੱਥੇ ਕਰਾ ਲਿਆ, ਇਹਦਾ ਮਤਲਬ ਕੁਝ ਨਹੀਂ ਹੈ। ਤੁਸੀਂ ਰੌਲਾ ਪਾਉਣਾ ਪਾਈ ਚੱਲੋ, ਤੁਸੀਂ ਡਿਸਕਸ਼ਨ ਕਰਨੀ ਕਰੀ ਚੱਲੋ, ਇਹਦੇ ਨਾਲ ਪ੍ਰਾਪਤੀ ਨਹੀਂ ਹੋਣੀ ਕੋਈ। ਮਤਲਬ ਪਖੰਡਬਾਜ਼ੀ ਆ। ਪਖੰਡਬਾਜ਼ੀ ਤੇ ਦੱਸੋ ਕੀ ਬੰਦਾ ਬੋਲ ਸਕਦਾ। ਪਖੰਡਬਾਜ਼ੀ ਕੀਤੀ ਹੈ ਜੀ, ਕਰ ਲਈ ਆ, ਉਹ ਤੇ ਹੁੱਬੀ ਜਾਣਾ। ਜਿੱਦਾਂ ਇੱਕ ਵਾਰੀ ਓਮਪੁਰੀ ਇੱਥੇ ਆਏ ਸੀ, ਉਹਨਾਂ ਨੇ ਕਿਹਾ, ਕਹਿੰਦੇ ਇੱਕ ਬੰਦਿਆਂ ਨੇ ਇੱਥੇ ਫਿਲਮ ਬਣਾਈ ਸੀ, ਉਹਨਾਂ ਨੇ ਫਿਰ ਓਮਪੁਰੀ ਨੂੰ ਵੀ ਸੱਦਿਆ ਵੀ ਅਸੀਂ ਪੰਜਾਬੀ ਦੀ ਫਿਲਮ ਬਣਾਈ ਹੈ ਪ੍ਰਮੋਸ਼ਨ ਵਾਸਤੇ, ਵੈਸੇ ਹੀ ਦਿਖਾਲਣ ਲਈ ਵੀ ਸਾਡੀ ਦੇਖੋ। ਤੇ ਉਹ ਬਹੁਤ ਹੀ ਭੈੜੀ ਫਿਲਮ ਬਣਾਈ ਸੀ, ਕੋਈ ਸਟੋਰੀ ਨਹੀਂ, ਕੋਈ ਐਕਟਿੰਗ ਨਹੀਂ, ਕੁਛ ਨਹੀਂ ਸੀ, ਕੋਈ ਡਾਇਰੈਕਸ਼ਨ। ਤੇ ਉਹ ਕਹਿੰਦੇ ਕਿ ਵੀ ਮੈਂ ਸੋਚਿਆ ਵੀ ਗਲਤੀ ਤਾਂ ਸਾਡੇ ਤੋਂ ਵੀ ਹੋ ਜਾਂਦੀ ਕਈ ਵਾਰੀ ਅਸੀਂ ਪੈਸੇ ਲੈਣ ਦੇ ਬਜਾਏ ਕੰਮ ਕਰ ਲੈਂਦੇ ਆ ਕਿਸੇ ਫਿਲਮ ਦੇ ਵਿੱਚ, ਤਾਂ ਉਹ ਫਿਲਮ ਐਵੇਂ ਹੀ ਹੁੰਦੀ ਆ। ਕਹਿੰਦਾ ਪਰ ਮੈਂ ਇਹ ਬੰਦੇ ਪਹਿਲੀ ਦੇਖੇ ਆ ਵੀ ਜਿਹੜੇ ਗਲਤੀ ਕਰਕੇ ਵੀ ਹੁੱਬਦੇ ਆ, ਕਮਲੀ ਗੱਲ ਕਰਕੇ ਹੁੱਬਦੇ, ਕਹਿੰਦਾ ਮੈਂ ਪਹਿਲੀ ਵਾਰੀ ਦੇਖੀ। ਤੇ ਇਹ ਗਲਤੀ ਕਰਕੇ ਹੁੱਬਦੇ ਬੰਦੇ ਜਿਹੜੇ, ਉਹ ਪੰਨੂ ਤੋਂ ਸਬਕ ਲੈਣੇ ਚਾਹੀਦੇ, ਗੁਰਪ੍ਰਵੰਤ ਕੋਲ, ਵੀ ਪੈਸੇ ਖਾਣ ਦਾ ਤਰੀਕਾ ਇਹ ਬੜਾ ਵਧੀਆ ਲੱਭਿਆ ਉਹਨੇ, ਤੇ ਉਸ ਤਰੀਕੇ ਨੂੰ ਇੱਥੇ ਡਿਸਕਸ਼ਨ ਹੋਣੀ ਚਾਹੀਦੀ ਹੈ। ਕੋਈ ਡਿਸਕਸ਼ਨ ਨਹੀਂ ਹੋਣੀ ਚਾਹੀਦੀ, ਕਿਉਂਕਿ ਇਦਾਂ ਦੇ ਰੈਫਰੈਂਡਮ ਜਿੰਨੇ ਮਰਜ਼ੀ ਦੇਸ਼ਾਂ 'ਚ ਕਰਾਈ ਚੱਲਿਓ, ਉਹਨਾਂ ਦਾ ਫਾਇਦਾ ਜ਼ੀਰੋ। 0 + 0 0 ਖਤਮ। 0 + 0 ਨਾ 2 ਨਹੀਂ ਬਣਦੇ, 0 ਹੀ ਬਣਦਾ। ਜੀ ਜੀ। ਡਾਕਟਰ ਸਾਹਿਬ, ਰਾਮਾ ਸਵਾਮੀ ਅਮਰੀਕੀ ਚੋਣਾਂ 'ਚ ਆਪਦੀ ਉਮੀਦਵਾਰੀ ਨੂੰ ਜਸਟੀਫਾਈ ਕਰਦਿਆਂ ਕਹਿ ਰਿਹਾ ਹੈ ਕਿ ਜਿਹੜੇ ਹੁਣ ਤੱਕ ਦੇ ਰਾਸ਼ਟਰਪਤੀ ਸੀ ਉਹ ਦੇਸ਼ ਨੂੰ ਇੱਕ ਨਹੀਂ ਰੱਖ ਸਕੇ, ਕਹਿੰਦਾ, ਤੇ ਮੈਂ ਕੁਝ ਵੱਖਰਾ ਕਰਨਾ ਚਾਹਣਾ। ਪਹਿਲਾਂ ਜੋ ਬਾਈਡਨ ਵੀ ਕਹਿੰਦੇ ਹੁੰਦੇ ਸੀ ਪਿਛਲੀਆਂ ਇਲੈਕਸ਼ਨ ਦੇ ਵਿੱਚ, ਮੈਂ ਸਾਰਿਆਂ ਨੂੰ ਯੂਨਾਈਟ ਕਰਨਾ ਹੈ, ਸਾਰੇ ਕਹਿੰਦੇ ਹੁੰਦੇ। ਤੇ ਇੱਕ ਜਦੋਂ ਡਿਬੇਟ ਹੋਇਆ ਸੀ ਇਹਨਾਂ ਦਾ ਨਾ, ਉਸ ਵੇਲੇ ਮੀਡੀਆ ਨੇ ਨੋਟਿਸ ਕੀਤਾ ਕਿ ਇਹ ਬੰਦਾ ਹਰ ਇੱਕ ਚੀਜ਼ 2 ਮਿੰਟਾਂ 'ਚ ਕਰਨ ਲਈ ਰੈਡੀ ਆ। ਜੇ ਯੂਕਰੇਨ ਲੜਾਈ ਆ, ਮੈਂ 5 ਮਿੰਟਾਂ 'ਚ ਖਤਮ ਕਰ ਦੂੰਗਾ। ਇਕਨੋਮੀ ਥੱਲੇ ਨੂੰ ਜਾ ਰਹੀ, ਮੈਂ 2 ਮਿੰਟਾਂ 'ਚ ਚੱਕ ਦੂੰਗਾ ਇਹਨੂੰ। ਅੱਛਾ, ਉਹਨਾਂ ਨੇ ਫੇਰ ਥੋੜੀ ਜਿਹੀ ਪਿਛਲੇ ਹਫ਼ਤੇ ਨਾ ਮੀਡੀਆ ਦੇ ਵਿੱਚ ਵੀ ਜਰਨਲਿਸਟ ਕੁਛ ਹੈਗੇ ਆ ਜਿਹੜੇ ਫੇਰ ਹੱਥ ਧੋ ਕੇ ਪਿੱਛੇ ਪੈ ਜਾਂਦੇ ਵੀ ਦੇਖਦੇ ਵੀ ਇਹ ਬੰਦਾ ਕਰਦਾ ਆਇਆ ਕਿੱਥੋਂ ਆ। ਅਜੇ ਤਾਈਂ ਪੰਚ ਤਾਂ ਬਣਿਆ ਨਹੀਂ, ਇਹ ਰਾਸ਼ਟਰਪਤੀ ਪਦ ਨੂੰ ਜਾ ਰਿਹਾ। ਜਾਂ ਤਾਂ ਹੋਵੇ ਪੁਰਾਣਾ ਰੈਕੋਰਡ ਦੇਖ ਲੈਂਦੇ ਦੂਸਰਿਆਂ ਦਾ, ਤਾਂ ਜੀ ਵੀ ਤੁਸੀਂ ਆਹ ਨਹੀਂ ਕੀਤਾ ਸੀ, ਆਹ ਨਹੀਂ ਕੀਤਾ ਸੀ, ਵੀ ਇਹਨੇ ਤਾਂ ਕੀਤਾ ਹੀ ਨਹੀਂ ਕੁਛ ਜੀ, ਤੇ ਇਹਨੂੰ ਕੋਈ ਡਿਫੈਂਡ ਕਰਨ ਦੀ ਲੋੜ ਹੀ ਨਹੀਂ। ਤੇ ਉਹ ਫੇਰ ਉਹ ਕਹਿ ਰਿਹਾ ਵੀ ਠੀਕ ਆ, ਵੀ ਮੈਂ ਆ ਵੀ ਕਰ ਦੂੰਗਾ, ਮੈਂ ਉਹ ਵੀ ਕਰ ਦੂੰਗਾ, ਮੈਂ 24 ਘੰਟਿਆਂ 'ਚ ਕਰ ਦੂੰ, ਮੈਂ 2 ਘੰਟਿਆਂ 'ਚ ਕਰ ਦੂੰਗਾ। ਵੀ ਆਨਸਰ ਵੀ ਬੜੇ ਸਿੰਪਲ ਹੁੰਦੇ ਉਹਦੇ। ਤੇ ਇਹ ਆਇਆ ਬੰਦਾ ਕਿੱਥੋਂ ਆ? ਕਿਉਂਕਿ ਉਹਨਾਂ ਨੇ ਦੇਖ ਕੇ ਹੀ, ਜਿੱਦਾਂ ਹੁਣ ਇਮੀਗ੍ਰੈਂਟ ਪੇਰੈਂਟਸ ਸੀਗੇ ਜਿਹੜੇ ਮੰਮੀ ਡੈਡੀ ਬੋਥ ਇੰਡੀਆ ਤੋਂ ਆਏ ਆ, ਇਹ ਤਾਮਿਲ ਬ੍ਰਾਹਮਣ ਹੈ ਵੈਸੇ, ਰਹਿੰਦੇ ਕੇਰਲ ਦੇ ਵਿੱਚ ਆ, ਉੱਥੋਂ ਆਏ ਆ। ਤੇ ਨਾਰਮਲੀ ਜਿਹੜੇ ਇਮੇਜ ਜਿਹਾ ਬਣਿਆ ਹੈ, ਜੇ ਤੁਸੀਂ ਕਹਿੰਦੇ ਨਾ ਰੈਗਸ ਟੂ ਰਿਚਸ ਸਟੋਰੀ ਦੱਸਣੀ ਹੋਵੇ, ਵੀ ਮੇਰੇ ਤਾਂ ਮਾਂ ਬਾਪ ਜਿਹੜੇ ਸੀ ਉਹ ਇਮੀਗ੍ਰੈਂਟ ਸੀਗੇ, ਉਹ ਬੰਦੇ ਨੂੰ ਲੱਗਣ ਲੱਗ ਪੈਂਦਾ ਵੀ ਇੱਥੇ ਆ ਕੇ ਮੂਲੀਆਂ ਤੋੜਦੇ ਹੋਣੇ ਆ, ਕਿਤੇ ਗੈਸ ਸਟੇਸ਼ਨ ਤੇ ਕੰਮ ਕਰਦੇ ਹੋਣੇ ਆ, ਟਾਇਲਟ ਸਾਫ਼ ਕਰਦੇ ਹੋਣੇ ਆ, ਇਦਾਂ ਦਾ ਇਮੇਜ ਜਿਹਾ ਬਣਿਆ ਹੁੰਦਾ ਵੀ ਦੂਜੀਆਂ ਵਿਚਾਰਾ ਜਿਹਾ ਬੰਦਾ ਦੇਖ ਲੈ ਕਿੱਥੋਂ ਸ਼ੁਰੂ ਹੋਇਆ, ਕਿੱਥੇ ਪਹੁੰਚ ਗਿਆ। ਅੱਛਾ, ਫੇਰ ਉਹ ਮੀਡੀਆ ਨੇ ਦੇਖਿਆ, ਉਹ ਕਹਿੰਦੇ ਵੀ ਇਹ ਐਡਾ ਵਿਚਾਰਾ ਨਹੀਂ ਹੈ, ਇਹਦਾ ਡੈਡੀ ਉਹ IIT ਦਾ ਇੰਜੀਨੀਅਰ ਸੀ, ਤੇ ਉਹ ਜਨਰਲ ਇਲੈਕਟ੍ਰਿਕ ਦੇ ਵਿੱਚ ਚੰਗੇ ਅਹੁਦੇ ਤੇ ਇੰਜੀਨੀਅਰਿੰਗ ਪੋਸਟ ਤੇ ਆ। ਇਹਦੀ ਮਾਂ ਰਾਮਾ ਸਵਾਮੀ ਦੀ ਡਾਕਟਰ ਆ, ਸਾਈਕੀਆਟ੍ਰਿਕ ਡਾਕਟਰ ਆ। ਤੇ ਇੱਕ ਡਾਕਟਰ ਤੇ ਇੰਜੀਨੀਅਰ ਜਿਹੜਾ ਵੱਡੀ ਕੰਪਨੀ ਦਾ, ਉਹਨਾਂ ਦੇ ਉਹ ਕੋਈ ਵਿਚਾਰੇ ਨਹੀਂ ਹੈ, ਉਹ ਕੋਈ ਮਤਲਬ ਗੈਸ ਸਟੇਸ਼ਨ ਤੇ ਕੰਮ ਕਰਨ ਵਾਲੇ ਇਮੀਗ੍ਰੈਂਟਸ ਹੈ ਨਹੀਂਗੇ। ਵੀ ਉਹਨਾਂ ਨੇ ਹਾਰਵਰਡ ਭੇਜਿਆ ਬੱਚੇ ਨੂੰ ਆਪਣੇ ਨੂੰ, ਵੀ ਉਹ ਕੁਛ ਨਾ ਕੁਛ ਤਾਂ ਕਰਦੇ ਹੀ ਹੋਣੇ ਆ। ਵੀ ਜਿਹੜੀ ਤੂੰ ਰੈਗ ਟੂ ਰਿਚ ਸਟੋਰੀ ਦੱਸਣ ਲੱਗਾ ਵੀ ਮੈਂ ਇੱਥੋਂ ਉੱਠਿਆ ਸੀ ਇੱਥੇ ਆ ਗਿਆ, ਇਹ ਗੱਲ ਬਣਦੀ ਨਹੀਂ ਇਹਦੇ। ਕਿਉਂਕਿ ਜੇ 100 ਮੀਟਰ ਦੀ ਰੇਸ ਲਾਉਣੀ ਹੋਵੇ, ਜੇ ਤੁਸੀਂ ਦੱਸੋ ਵੀ ਅਸੀਂ ਤਾਂ 1 ਮੀਟਰ ਤੋਂ ਮੈਂ ਦੌੜਿਆ, ਕਈਆਂ ਬਾਕੀ ਦੇ ਪਹਿਲਾਂ 95 ਵਾਲੇ ਸੀ, ਨਹੀਂ ਉਹ ਕਹਿੰਦੇ ਵੀ ਤੂੰ ਹੀ 90 ਤੇ ਖੜਾ ਸੀ, ਕਿਉਂਕਿ ਤੇਰੇ ਪੇਰੈਂਟਸ ਵੀ ਰਿਚ ਸੀ। ਬਿਲਕੁਲ। ਅੱਛਾ, ਫੇਰ ਠੀਕ ਹੈ। ਫੇਰ ਜਦੋਂ ਦੂਸਰੀ ਗੱਲ ਸੀ, ਪਿੱਛੇ ਜਾਏ
ਆਪਣੇ ਅਫਰਮੇਟਿਵ ਐਕਸ਼ਨ ਪ੍ਰੋਗਰਾਮ ਜਿਹੜਾ ਯੂਐਸ ਦੇ ਵਿੱਚ ਜਿਹਨੂੰ ਪੰਜਾਬ ਸਾਡੇ ਇੰਡੀਆ ਦੇ ਵਿੱਚ ਰੈਜ਼ਰਵੇਸ਼ਨ ਕਹਿੰਦੇ ਹਾਂ ਅਸੀਂ ਕਿ ਕੁਛ ਕੁ ਸੀਟਾਂ ਕਾਲਿਆਂ ਲਈ ਰਾਖਵੀਆਂ ਰੱਖੀਆਂ ਜੀ ਯੂਨੀਵਰਸਿਟੀਜ਼ ਦੇ ਵਿੱਚ, ਉਹਨੂੰ ਚੈਲੰਜ ਕੀਤਾ। ਉਹ ਸੁਪਰੀਮ ਕੋਰਟ ਨੇ ਮੰਨ ਲਿਆ ਉਹ ਚੈਲੰਜ ਵੀ ਨਹੀਂ ਹੋਣੀਆਂ ਚਾਹੀਦੀਆਂ। ਉਹਦੀ ਸਭ ਤੋਂ ਵੱਧ ਜਿਹੜੀ ਸਪੋਰਟ ਕਰਨ ਵਾਲਾ ਰਾਮਾ ਸਵਾਮੀ ਆ ਵੀ ਇਹ ਸਿਸਟਮ ਪਹਿਲਾਂ ਹੀ ਮੈਂ ਕਹਿੰਦਾ ਸੀ ਗਲਤ ਆ, ਤੇ ਹੁਣ ਸੁਪਰੀਮ ਕੋਰਟ ਵੀ ਸਾਡੇ ਨਾਲ ਸਹਿਮਤ ਆ। ਮੈਂ ਇਹ ਅਫਰਮੇਟਿਵ ਐਕਸ਼ਨ ਜਿਹੜੇ ਕਾਲੇ ਲੈ ਰਹੇ ਮਜੇ ਵੀ ਉਹ ਪਹਿਲਾਂ ਹੀ ਖਤਮ ਹੋਣਾ ਚਾਹੀਦਾ ਸੀ। ਬਹੁਤ ਇਹਨੇ ਪ੍ਰਚਾਰ ਕੀਤਾ। ਉਹਦੇ ਵਿੱਚ ਇਹਨਾਂ ਨੇ ਜਦੋਂ ਬੀਐਸਸੀ ਕੀਤੀ ਹੈ ਨਾ ਹਾਰਵਰਡ ਤੋਂ, ਤਾਂ ਉਦੋਂ ਬਾਅਦ ਇੱਕ ਫਾਰਮਾਸਿਊਟੀਕਲ ਕੰਪਨੀ ਬਣਾਈ ਇਹਨਾਂ ਨੇ, ਤੇ ਫਾਰਮਾਸਿਊਟੀਕਲ ਕੰਪਨੀ ਨੇ ਕਾਫੀ ਪੈਸੇ ਬਣਾਏ। ਕੋਈ ਦਵਾਈ ਆ ਗਈ ਹੋਣੀ ਹੱਥ ਜਿਹੜੀ ਕਿ ਪੈਂਡੇਮਿਕ ਦੌਰਾਨ ਖਾਸ ਤੌਰ ਤੇ ਤਾਂ ਨੂੰ ਚੜ ਗਈ ਉਹਨਾਂ ਦਿਨਾਂ ਦੇ ਵਿੱਚ ਪਹਿਲਾਂ, ਤੇ ਉਦੋਂ ਕੁਛ ਇੱਕ ਫੰਡਸ ਵਗੈਰਾ ਤੇ ਇਹਨਾਂ ਨੇ ਪੈਸੇ ਖਰਚੇ ਤੇ ਇਹਨਾਂ ਨੇ ਪੈਸੇ ਚੰਗੇ ਬਣਾ ਲਏ। 2009 ਤੇ 2010 ਦੇ ਵਿੱਚ ਇੱਕ ਜਰਨਲਿਸਟ ਦੇ ਹੱਥ 'ਚ ਆ ਗਿਆ, MSNBC ਦਾ ਜਰਨਲਿਸਟ ਆ ਉਹਨੇ ਇਹਨਾਂ ਦੇ ਜਿਹੜੇ ਟੈਕਸ ਰਿਟਰਨ ਦੇ ਪੇਪਰ ਇਹਨਾਂ ਨੇ ਪਬਲਿਕ ਕੀਤੇ ਸੀ 2009 ਤੇ 2010 ਦੇ ਚੱਕ ਲਏ ਉਹਨਾਂ ਨੇ। 2009 ਦੇ ਵਿੱਚ ਰਾਮਾ ਸਵਾਮੀ ਦੀ ਇਨਕਮ ਆ $7,90,000 ਅਮਰੀਕਨ, ਤੇ 2010 ਦੇ ਵਿੱਚ ਇਹ ਉਦੋਂ 9 ਲੱਖ ਤੋਂ ਥੋੜੀ ਜਿਹੀ ਘਟਿਆ। 2 ਸਾਲਾਂ ਦੀ ਜਿਹੜੀ ਇਨਕਮ ਆ ਤਕਰੀਬਨ 17 ਲੱਖ ਆ। ਤਾਂ ਉਸ ਵੇਲੇ ਰਾਮਾ ਸਵਾਮੀ ਨੇ ਇੱਕ ਸਕਾਲਰਸ਼ਿਪ ਲਈ ਜਿਹੜੀ ਕਿ ਜਾਰਜ ਸੋਰੋਜ਼ ਦੀ ਇੱਕ ਸਕਾਲਰਸ਼ਿਪ ਫੰਡ ਉਹਨੇ ਕੈਂਪ ਕੀਤਾ ਆ। ਉਹਦਾ ਐਕਚੁਅਲੀ ਨਾਮ ਵੀ ਹੈਗਾ ਆ ਅਫਰਮੇਟਿਵ ਐਕਸ਼ਨ ਪ੍ਰੋਗਰਾਮ। ਮਤਲਬ ਜਿਹਨੂੰ ਅਪੋਜ਼ ਕਰਦਾ ਸੀ ਨਾ, ਉਸ ਸਕਾਲਰਸ਼ਿਪ ਦਾ ਨਾਂ ਹੀ ਅਫਰਮੇਟਿਵ ਐਕਸ਼ਨ ਆ। ਉਹਦੀ ਐਪਲੀਕੇਸ਼ਨ ਤੇ ਕੀ ਲਿਖਿਆ ਸੀ ਕੀ ਨਹੀਂ ਉਹ ਤਾਂ ਵਿਚਾਰਿਆਂ ਦੇ ਹੱਥ ਨਹੀਂ ਲੱਗੀ, ਕਿਉਂਕਿ ਉਹ ਸੀਕ੍ਰੇਸੀ ਉਹਨਾਂ ਦੀ ਜਿਹੜੀ ਸਕਾਲਰਸ਼ਿਪ ਦਿੰਦੇ ਹੋਣੇ ਉਹਨਾਂ ਦੇ ਕੋਲ ਹੀ ਹੋਣੀ ਆ। ਤੇ ਜਾਰਜ ਸੋਰੋਜ਼ ਨੇ ਅਜੇ ਕੁਛ ਨਹੀਂ, ਉਹਨਾਂ ਦੀ ਫਾਊਂਡੇਸ਼ਨ ਨੇ ਕੁਛ ਨਹੀਂ ਕੱਢਿਆ ਵੀ ਇਹ ਇੱਕ ਬੰਦੇ ਨੂੰ ਕਿੱਦਾਂ ਸਕਾਲਰਸ਼ਿਪ ਮਿਲ ਗਈ, ਉਹ ਜਿਹਦੀ ਆਪਣੇ ਆਮਦਨ 2 ਸਾਲਾਂ ਦੇ ਵਿੱਚ 17 ਲੱਖ ਆ, ਉਹਨੂੰ ਉਹ ਸਕਾਲਰਸ਼ਿਪ ਕਿੱਦਾਂ ਮਿਲ ਗਈ ਜਿਹੜੀ ਕਿ ਇਮੀਗ੍ਰੈਂਟਸ ਦੇ ਬੱਚਿਆਂ ਲਈ ਬਣਾਈ ਆ। ਹੁਣ ਉਹਦਾ ਜੇ ਤੁਸੀਂ ਪੜ੍ਹਦੇ ਆ ਮੈਂਡੇਟ ਉਹਦੀ ਇਹ ਆ, ਉਹ ਕਹਿੰਦੇ ਵੀ ਇਮੀਗ੍ਰੈਂਟਸ ਦੇ ਬੱਚੇ ਜ਼ਰੂਰੀ ਨਹੀਂ ਵੀ ਵਿਚਾਰੇ ਹੀ ਹੋਣ, ਆਪਣੇ ਪੜ੍ਹਨ ਦੇ ਵਿੱਚ ਮਾੜੇ ਹੋਣ, ਪੜ੍ਹਾਈ ਦੇ ਵਿੱਚ ਕਈ ਚੰਗੇ ਹੁੰਦੇ ਆ ਤਾਂ ਆਈਵੀ ਲੀਗ ਯੂਨੀਵਰਸਿਟੀ ਦੇ ਵਿੱਚ ਜਾਣ ਵਾਲੇ ਹੁੰਦੇ ਆ, ਪਰ ਉਹਨਾਂ ਦੇ ਕੋਲ ਇਹ ਨਹੀਂ ਹੁੰਦਾ ਵੀ ਉਹ $1.5-2 ਲੱਖ ਸਾਲ ਦਾ ਦੇ ਸਕਦੇ। ਉਹਨਾਂ ਨੂੰ ਅਸੀਂ ਸਕਾਲਰਸ਼ਿਪ ਦਿੰਨੇ ਆ ਆਈਵੀ ਲੀਗ ਅਟੈਂਡ ਕਰਨ ਲਈ। ਇਹ ਰਾਮਾ ਸਵਾਮੀ ਨੇ ਉਹ ਸਕਾਲਰਸ਼ਿਪ ਲਈ ਅਫਰਮੇਟਿਵ ਐਕਸ਼ਨ ਇਮੀਗ੍ਰੈਂਟਸ ਕਿਡਸ ਲਈ ਜਿਹੜਾ ਹੁੰਦਾ, ਇਹਨਾਂ ਨੇ ਉਹ ਸਕਾਲਰਸ਼ਿਪ ਲੈ ਕੇ ਪੜ੍ਹਾਈ ਕੀਤੀ, ਫਿਰ ਯੇਲ ਦੇ ਵਿੱਚ ਜਿਹੜਾ ਲਾਅ ਕੀਤਾ। ਉਹ ਜਰਨਲਿਸਟ ਨੇ ਪੁੱਛਿਆ ਵੀ ਪਹਿਲਾਂ ਤਾਂ ਦੱਸੋ ਮੈਨੂੰ ਇੰਨੀ ਇਨਕਮ ਵਾਲਾ ਉਹ ਪ੍ਰੋਗਰਾਮ ਦੀ ਅਫਰਮੇਟਿਵ ਐਕਸ਼ਨ ਤੇ ਹਰ ਰੋਜ਼ 10 ਵਾਰੀ ਤੂੰ ਬੋਲਦਾ ਆ ਉਹਦੇ ਖਿਲਾਫ, ਉਸੇ ਪ੍ਰੋਗਰਾਮ ਦੇ ਅੰਡਰ ਤੂੰ ਸਕਾਲਰਸ਼ਿਪ ਲਈ ਆ। ਉਹ ਅੱਛਾ ਇੱਕ ਪੁਆਇੰਟ ਤਾਂ ਇਹ ਆ। ਦੂਸਰਾ ਪੁਆਇੰਟ ਇਹ ਆ ਵੀ ਤੇਰੀ ਇੰਨੀ ਇਨਕਮ ਹੋਣ ਦੇ ਬਾਵਜੂਦ ਵੀ ਤੂੰ ਉਹ ਸਕਾਲਰਸ਼ਿਪ ਲੈ ਰਹੀ। ਅੱਛਾ, ਉਹਨਾਂ ਨੇ ਸਾਨੂੰ ਐਪਲੀਕੇਸ਼ਨ ਤਾਂ ਨਹੀਂ ਦਿੱਤੀ ਉਹਨਾਂ ਨੇ ਵੀ ਉਸ ਐਪਲੀਕੇਸ਼ਨ ਤੇ ਕਿੰਨੀ ਭਰੀ ਸੀ, ਕੀ ਝੂਠ ਬੋਲਿਆ ਸੀ, ਕੁਛ ਨਾ ਕੁਛ ਤਾਂ ਬੋਲਿਆ ਹੁਣ ਕਿ ਉਹ ਉੱਥੇ ਇੰਨੀ ਦੱਸ ਕੇ ਤਾਂ ਨਹੀਂ ਮਿਲਦੀ, ਇੰਨੀ ਜੇ ਤੂੰ ਦੱਸਦਾ ਤਾਂ ਇਹ ਤੈਨੂੰ ਸਕਾਲਰਸ਼ਿਪ ਮਿਲਣੀ ਨਹੀਂ ਸੀ। ਇੱਥੇ ਤੁਸੀਂ ਸਾਡੇ ਬੱਚੇ ਜਦੋਂ ਫੁੱਲ ਭਰਦੇ ਆ ਮਾਂ-ਬਾਪ ਦੀ ਤਨਖਾਹ ਤੇ ਉਹਨਾਂ ਨੂੰ ਨਾ ਕਰ ਦਿੰਦੇ ਆ ਯੂਨੀਵਰਸਿਟੀ ਵਾਲੇ ਵੀ ਤੁਹਾਡੇ ਪੇਰੈਂਟਸ ਦੀ ਬਹੁਤ ਤਨਖਾਹ ਹੈ, ਜਿਨ੍ਹਾਂ ਦੀ ਘੱਟ ਆ ਉਹਨਾਂ ਨੂੰ ਮਿਲਦੀ। ਤੇ ਜੇ ਇਹਦੀ ਐਪਲੀਕੇਸ਼ਨ ਕਿੱਦਾਂ ਦੀ ਕਿੱਦਾਂ ਨਹੀਂ, ਉਹ ਜਾਰਜ ਸੋਰੋਜ਼ ਦੀ ਜਿਹੜੀ ਫਾਊਂਡੇਸ਼ਨ ਉਹਨਾਂ ਨੂੰ ਪਤਾ ਹੋਣਾ। ਉਹ ਚੁੱਪ ਕਰਕੇ ਬੈਠੇ ਹੁਣ ਵੀ ਕਿਤੇ ਮੌਕੇ ਤੇ ਕੱਢਾਂਗੇ ਅਸੀਂ, ਹੁਣ ਕਾਹਨੂੰ ਕੱਢਣੀ ਆ। ਅੱਛਾ, ਫੇਰ ਇਹਨਾਂ ਨੇ ਇੱਕੋ ਹੀ ਕੈਂਡੀਡੇਟ ਆ ਇਹ ਜਿਹੜਾ ਡੋਨਾਲਡ ਟਰੰਪ ਦੀ ਪੂਰੀ ਸਿਫਤ ਕਰਦਾ, ਤੇ
ਜੋ ਵੀ ਡੋਨਲਡ ਟਰੰਪ ਕਰਦੇ ਆ, ਮਤਲਬ ਜੇ ਪੂਰੀ ਤਰ੍ਹਾਂ ਕੋਈ ਡਿਫੈਂਡ ਕਰਦਾ ਨਾ ਜਾਰਜ ਆਪਣੇ ਡੋਨਲਡ ਟਰੰਪ ਨੂੰ, ਤੇ ਰਾਮਾਸਵਾਮੀ ਕਰਦਾ। ਅੱਛਾ, ਇਹਦਾ ਰੈਕਡ ਹੈ। ਇਹ ਤੇ ਫਿਰ ਉਹਨਾਂ ਨੇ ਜਰਨਲਿਸਟ ਨੇ ਕੱਢਿਆ ਵੀ ਇਹਨਾਂ ਨੇ ਪਲਾਨ ਬੀ ਬਣਾਈ ਆ, ਜਿਹੜੇ ਰਾਮਾਸਵਾਮੀ ਦੀ ਟੀਮ ਆ ਉਹਨਾਂ ਨੇ ਪਲਾਨ ਬੀ ਇਹ ਬਣਾਈ ਸੀ ਵੀ ਡੋਨਲਡ ਟਰੰਪ ਨੇ ਹੁਣ ਪੈਂਸ ਤਾਂ ਉਹਦਾ ਹੋਣਾ ਨਹੀਂ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ, ਉਹ ਤਾਂ ਖੜ ਗਿਆ ਉਹਦੇ ਖਿਲਾਫ, ਵੀ ਉਹਨੂੰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਚਾਹੀਦਾ ਹੋਣਾ, ਵੀ ਤਾਂ ਹੀ ਸਾਨੂੰ ਲਊਗਾ ਜੇ ਅਸੀਂ ਉਹਦੀਆਂ ਸਿਫਤਾਂ ਕਰਾਂਗੇ। ਸਿਫਤਾਂ ਬਹੁਤ ਜ਼ਿਆਦਾ ਹੀ, ਹਾਲੇ ਕਿ ਇੰਨੀਆਂ ਡੋਨਲਡ ਟਰੰਪ ਤੋਂ ਆਪਣੇ ਆਪ ਨਹੀਂ ਹੁੰਦੀਆਂ ਜਿੰਨੀਆਂ ਇਹ ਸਿਫਤਾਂ ਕਰਦਾ। ਤੇ ਫਿਰ ਉਹਨਾਂ ਨੇ ਇੱਕ ਟਵੀਟ ਕੱਢੀ, ਇਹਨਾਂ ਦੀ 2021 ਦੀ ਟਵੀਟ ਆ ਉਹ, ਜਨਵਰੀ ਦੇ ਵਿੱਚ ਜਦੋਂ ਆਪਣੇ ਡੋਨਲਡ ਟਰੰਪ ਗਏ ਆ ਪ੍ਰੈਜ਼ੀਡੈਂਟ ਤੋਂ, ਤਾਂ ਜੋ ਬਾਈਡਨ ਆਉਣ ਲੱਗੇ ਉਦੋਂ ਕੁਝ ਕੁ ਲੋਕਾਂ ਨੇ ਹਥਿਆਰਬੰਦ ਹੋ ਕੇ ਹਮਲਾ ਕੀਤਾ ਜੀ ਵਾਸ਼ਿੰਗਟਨ ਡੀਸੀ ਦੇ ਵਿੱਚ। ਉਸ ਹਮਲੇ ਨੂੰ ਇਹਨਾਂ ਨੇ ਸ਼ਬਦ ਯੂਜ਼ ਕੀਤਾ ਕਿ ਇਟਸ ਅਬੋਰੈਂਟ, ਮਤਲਬ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਘਿਨਾਉਣਾ। ਇਹ ਬੜੀ ਘਿਨਾਉਣੀ ਕਾਰਵਾਈ ਆ ਡੋਨਲਡ ਟਰੰਪ ਦੀ, ਜਿਹਨੇ ਡੈਮੋਕ੍ਰੇਸੀ ਦਾ ਕਤਲ ਕਰਕੇ ਰੱਖ ਦਿੱਤਾ। ਉਹ ਅੱਜ ਤਾਈਂ ਕਿਸੇ ਨੇ ਗੱਲ ਨਹੀਂ ਕੀਤੀ। ਉਹ ਉਸ ਬੰਦੇ ਨੇ ਚੱਕ ਕੇ ਟੀਵੀ ਤੇ ਦਿਖਾਣੀ ਸੀ। ਫੇਰ ਤੁਸੀਂ ਦੇਖਣ ਵਾਲਾ ਉਹ ਰਾਮਾਸਵਾਮੀ ਦੀ ਐਕਚੁਅਲੀ ਉਹ ਜਿਹੜੀ ਇੰਟਰਵਿਊ ਲੈਂਦਾ ਆ MSNBC ਵਾਲਾ, ਉਹ ਰਿਕਾਰਡਡ ਵੀ ਆ, YouTube ਤੇ ਵੀ ਹੋਣੀ ਆ। ਉਹਦੇ ਵਿੱਚ ਦੇਖੋ ਇਹ ਫੇਰ ਨੱਠਾ ਫਿਰਦਾ, ਕਦੇ ਇਧਰਲੀ ਗੱਲ ਕਰਦਾ, ਕਦੇ ਉਹ ਮੁੜ ਕੇ ਕਹੀ ਜਾਂਦਾ, ਉਹ ਕਹਿੰਦਾ ਨਹੀਂ ਉਹ ਆ ਟਵੀਟ ਤੇ ਆ ਜਿਹੜੀ ਗੱਲ ਕਰਦੇ। ਜਿਹੜਾ ਬੰਦਾ ਅੱਜ ਤਾਈਂ ਡੋਨਲਡ ਟਰੰਪ ਨੂੰ ਹਰ ਇੱਕ ਗੱਲ ਨੂੰ ਡਿਫੈਂਡ ਕਰ ਰਿਹਾ, ਹੁਣੇ ਆ 2 ਸਾਲ ਪਹਿਲਾਂ ਤੂੰ ਕਹਿੰਦਾ ਸੀ ਇਹਨੇ ਬੜਾ ਘਿਨਾਉਣਾ ਕਦਮ ਹੈ, ਇਹਨੇ ਡੈਮੋਕ੍ਰੇਸੀ ਦਾ ਕਤਲ ਕਰ ਦਿੱਤਾ, ਵੀ ਉਹ ਤੇਰੀ ਲੈਂਗੁਏਜ ਕਿੱਧਰ ਗਈ? ਹੁਣ ਤੈਨੂੰ ਪਤਾ ਲੱਗਾ ਵੀ ਇਹ ਬੰਦਾ ਹੀ ਬੜਾ ਚੰਗਾ ਹੈ, ਬੰਦਾ ਹੀ ਇਹਦਾ ਵਧੀਆ। ਹਾਂ, ਫਿਰ ਉਹਨਾਂ ਨੇ ਇੱਕ ਹੋਰ ਗੱਲ ਲੱਭ ਲਈ ਇਹਨਾਂ ਦੀ। ਉਹ ਕਹਿੰਦੇ ਵੀ ਜਿਹੜੀ ਇਹਨੇ ਕੰਪਨੀ ਆ ਇਹਨਾਂ ਦੀ, ਇਹ 2 ਕੰਪਨੀਆਂ ਤੇ ਬੋਰਡ ਆਫ ਡਾਇਰੈਕਟਰਸ ਦੇ ਬੈਠੇ ਸੀ, ਇੱਕ ਤਾਂ ਆਪਣੀ ਕੰਪਨੀ ਦੇ, ਇੱਕ ਹੋਰ ਕੰਪਨੀ ਆ। ਉਹ ਦੂਜੀ ਕੰਪਨੀ ਨੇ ਇਹਨਾਂ ਦੀ ਕੰਪਨੀ ਖਰੀਦੀ, ਤਾਂ ਉਹਦੇ ਪਰ ਸ਼ੇਅਰ ਦੇ, ਜਦੋਂ ਕੰਪਨੀ ਫਿਰ ਲੈਂਦੀ ਆ ਤੁਹਾਨੂੰ ਓਵਰਟੇਕ ਕਰਦੀ ਆ, ਉਹ ਫਿਰ ਪਰ ਸ਼ੇਅਰ ਦੇ ਹਿਸਾਬ ਦੇ ਨਾਲ ਉਹ ਪੈਸੇ ਦਿੰਦੀ ਆ, ਵੀ ਇਹਦੇ ਪਰ ਸ਼ੇਅਰ ਦੇ ਇੰਨੇ ਪੈਸੇ ਦੇਵਾਂਗੇ। ਇੱਕ ਤਾਂ ਉਹ ਤੇ ਲਾਅ ਸੂਟ ਚੱਲੀ ਆ, ਦੂਸਰੀ ਕੰਪਨੀ ਵਾਲਿਆਂ ਨੇ ਦੇ ਬੰਦਿਆਂ ਨੇ ਕੁਝ ਕਿਹਾ ਵੀ ਤੁਸੀਂ ਕਿਹੜੇ ਬੇਸਿਸ ਤੇ ਇਹਨੂੰ ਪਰ ਸ਼ੇਅਰ ਦੇ ਇੰਨੇ ਪੈਸੇ ਦਿੱਤੇ ਆ। ਉਹ ਅਜੇ ਕੋਰਟ ਦੇ ਵਿੱਚ ਹੀ ਆ। ਇਹਨੇ 30 ਜੂਨ ਨੂੰ ਕੋਰਟ ਦੇ ਵਿੱਚ ਜਾਣਾ ਸੀ, ਪਰ ਚਿੱਠੀ ਲਿਖ ਦਿੱਤੀ ਵੀ ਮੈਂ ਤਾਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਕਰਦਾ ਆ, ਮੇਰੇ ਕੋਲ ਟਾਈਮ ਥੋੜੋ ਹੁਣ ਉੱਥੇ ਕੋਰਟ ਦੇ ਵਿੱਚ ਆਉਣ ਦਾ। ਉਹ ਅਜੇ ਜੱਜ ਨੇ ਉੱਤੇ ਕੋਈ ਐਕਸ਼ਨ ਡਿਸੀਜਨ ਨਹੀਂ ਦਿੱਤੀ ਉਹਨਾਂ ਨੇ, ਪਰ ਨਿਊਯਾਰਕ ਟਾਈਮ ਵਾਲਿਆਂ ਨੇ ਲਿਖਿਆ, ਕਹਿੰਦੇ ਸਾਨੂੰ ਏਦਾਂ ਲੱਗਦਾ ਵੀ ਇਹ ਕੋਰਟ ਕੇਸ ਤੋਂ ਬਚਣ ਲਈ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਿਆ। ਸ਼ਾਇਦ ਉਦੋਂ ਬਾਅਦ ਇੱਕ ਹੋਰ ਪੰਗਾ ਪੈ ਗਿਆ, ਇਹਦੀ ਆਪਣੀ ਕੰਪਨੀ ਦੇ ਵਿੱਚ ਮਾਰਕੀਟਿੰਗ ਜਿਹੜੀ ਡਿਵੀਜ਼ਨ ਸੀ, ਉਹਦੇ 2 ਟਾਪ ਅਫੀਸ਼ੀਅਲਸ ਨੇ ਕੋਰਟ ਤੇ ਕੇਸ ਕਰ ਦਿੱਤਾ। ਉਹ ਕਹਿੰਦੇ ਵੀ ਸਾਨੂੰ ਇਹ ਪ੍ਰੈਸ਼ਰ ਪਾਉਂਦਾ ਹੁੰਦਾ ਸੀ, ਕਿਉਂਕਿ ਜਿੰਨੀਆਂ ਵੀ ਕੰਪਨੀਆਂ ਝੂਠ ਤਾਂ ਬੋਲਦੀਆਂ ਹਰ 3 ਮਹੀਨਿਆਂ ਬਾਅਦ ਰਿਪੋਰਟ ਦਿੰਦੀਆਂ ਆ ਵੀ ਅਸੀਂ ਸਾਡੀ ਸੇਲ ਕਿੰਨੀ ਵਧੀ ਆ, ਸਾਡੇ ਮਾਰਕੀਟ ਦੇ ਵਿੱਚ ਕਿੰਨੀ ਡੋਮੀਨੇਸ਼ਨ ਆ, ਤਾਂ ਕਿ ਸਾਡੇ ਸ਼ੇਅਰ ਦੀ ਪ੍ਰਾਈਸ ਵਧੇ। ਇਹ ਸਾਰੇ ਕਰਦੇ ਆ। ਉਹ ਕਹਿੰਦੇ ਵੀ ਸਾਨੂੰ ਪ੍ਰੈਸ਼ਰ ਪਾਉਂਦਾ ਸੀ ਇਹ ਵੀ ਗਲਤ ਮਲਤ ਖਬਰਾਂ ਦੇ, ਵੀ ਉੱਚਾ ਚੱਕ ਕੇ ਵਿਖਾਓ, ਤਾਂ ਕਿ ਸਾਡੀ ਪ੍ਰਾਈਸ ਤਾਂ ਵਧੇ ਨਾ ਇਹਦੀ, ਸਾਡੇ ਸ਼ੇਅਰ ਦੀ। ਤੇ ਉਹ ਅਜੇ ਕੋਰਟ ਨੇ ਕੁਛ ਨਹੀਂ, ਮੇਰੇ ਖਿਆਲ ਸਮਨ ਨਹੀਂ ਦਿੱਤੇ, ਪਰ ਇਹ ਵੀ ਕੋਰਟ ਕੇਸ ਆਉਣਾ ਆ। ਅੱਛਾ, ਦੂਸਰੀ ਵੱਡੀ ਗੱਲ ਮਾੜੀ ਇਹ ਹੋ ਗਈ, ਜਿਸ ਦਿਨ ਇਹਦੀ ਕੰਟਰੋਵਰਸੀ, ਜਿਸ ਦਿਨ ਆਪਣੇ MSNBC ਤੇ ਆਪਣੇ ਉਹਨਾਂ ਦੀ ਇੰਟਰਵਿਊ ਹੋਈ ਆ, ਉਸ ਤੋਂ ਦੂਸਰੇ ਦਿਨ ਟਰੰਪ ਦੀ ਟੀਮ ਨੇ ਇਹ ਕਹਿਣਾ ਸ਼ੁਰੂ ਕਰਤਾ, ਹਾਲਾਂਕਿ ਡੋਨਲਡ ਟਰੰਪ ਨੇ ਨਹੀਂ ਗੱਲ ਕਹੀ, ਉਹਨਾਂ ਦੀ ਟੀਮ ਮੈਂਬਰ ਨੇ ਕਿਹਾ ਕੈਂਪੇਨ ਦੇ, ਵੀ ਟਰੰਪ ਦੇ ਜਿਹੜੇ ਨੰਬਰਸ ਆ ਉਹ ਮਰਦਾਂ ਦੇ ਵਿੱਚ ਤਾਂ ਠੀਕ ਆ, ਜਿਹੜੇ ਓਪੀਨੀਅਨ ਪੋਲਸ ਆ, ਮਰਦ ਬਹੁਤ ਸਪੋਰਟ ਇਹਨਾਂ ਦੀ ਕਾਫੀ ਆ, ਪਰ ਇਹਨਾਂ ਦੀ ਸਪੋਰਟ ਜਿਹੜੀ ਆ ਵਿਮਨ ਵੋਟਰਸ ਦੇ ਵਿੱਚ ਬਹੁਤ ਘੱਟ ਆ। ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਇੱਕ ਔਰਤ ਹੋਵੇ।
ਅੱਛਾ, ਉਹ ਇੱਕ ਔਰਤ ਕਿਹਾ ਹੋਵੇ, ਹੁਣ ਕਿਆਸ ਰਾਹੀਆਂ ਲਾਉਂਦੇ ਆ ਵੀ ਕਿਸੇ ਸਟੇਟ ਦੀ ਗਵਰਨਰ ਹੋਵੇ, ਸੈਨੇਟ ਦੀ ਮੈਂਬਰ ਹੋਵੇ, ਮਤਲਬ ਕੋਈ ਨਾ ਕੋਈ ਪਬਲਿਕ ਅਹੁਦਾ ਹੋਵੇ ਜਿਹਨੂੰ ਲੋਕੀ ਜਾਣਦੇ ਹੋਣ ਵੀ ਇਹਨਾਂ ਨੇ ਆਹ ਕੰਮ ਕੀਤਾ, ਇਹਨਾਂ ਨੇ ਆਹ ਕੀਤਾ, ਉਹਦੇ ਨਾਲ ਫਿਰ ਜਿਹੜੀ ਪਲਾਨ ਬੀ ਰਾਮਾ ਸਵਾਮੀ ਦੀ ਸੀਗੀ ਵੀ ਮੈਂ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣ ਜਾਊਂਗਾ, ਉਹ ਵੀ ਖਤਮ ਹੁੰਦੀ ਜਾਂਦੀ ਹੈ। ਹਾਲਾਂਕਿ ਡੋਨਲਡ ਟਰੰਪ ਨੇ ਕੀ ਕਰਨਾ ਕੀ ਨਹੀਂ ਕਰਨਾ ਇਹ ਨਹੀਂ ਸਾਨੂੰ ਪਤਾ, ਇਹ ਨਹੀਂ ਪਤਾ। ਹਾਂ, ਨਾ ਉਹਨਾਂ ਨੇ ਕਿਹਾ ਹੀ ਮੈਂ ਕੁਝ ਕਰਨਾ, ਇਹ ਤਾਂ ਸਿਰਫ ਇਹਦੀਆਂ ਕੋਸ਼ਿਸ਼ਾਂ ਤੇ ਹੀ ਹੈ। ਇਹ ਜੋ ਕੁਝ ਹੋਇਆ ਸੀ ਹੁਣ ਤਾਈਂ ਮਤਲਬ ਮੀਡੀਆ ਨੇ ਬਹੁਤਾ ਧਿਆਨ ਨਹੀਂ ਦਿੱਤਾ ਨਾ, ਬਈ ਏਦਾਂ ਸੋਚਦੇ ਵੀ ਚੱਲ ਨੋਵਿਸ ਬੰਦਾ, ਨਵਾਂ ਬੰਦਾ ਆ, ਕਹੀ ਜਾਂਦਾ ਮੈਂ ਆਹ ਕਰ ਦਊਂਗਾ ਉਹ ਕਰ ਦਊਂ, ਲੋਕੀ ਕਰਦੇ ਹੀ ਹੁੰਦੇ ਏਦਾਂ। ਪਰ ਜਦੋਂ ਜ਼ਿਆਦਾ ਹੀ ਹੱਦ ਤੋਂ ਟੱਪ ਗਿਆ ਫਿਰ ਥੋੜੀ ਜਿਹੀ ਘੋਖ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਲੱਭਿਆ ਬਹੁਤ ਕੁਛ ਇਹਦਾ। ਆਪਣੇ ਕਹਿੰਦੇ ਹੁੰਦੇ ਆ ਇਲੈਕਸ਼ਨ ਦੇ ਵਿੱਚ ਕਿ ਜੇ ਤੁਸੀਂ ਆਪਣੇ ਬਾਪ ਬਾਰੇ ਨਹੀਂ ਜਾਣਦੇ ਨਾ ਤਾਂ ਫਿਰ ਇਲੈਕਸ਼ਨ ਲੜ ਲਓ, ਫਿਰ ਲੋਕ ਦੱਸ ਦੇਣਗੇ, ਫਿਰ ਤੁਹਾਡੇ ਵਿਰੋਧੀ ਤੁਹਾਨੂੰ ਦੱਸ ਦਿੰਦੇ ਵੀ ਤੁਸੀਂ ਕੀ ਕਰਦੇ ਰਹੇ। ਤੇ ਇਹਨਾਂ ਨੂੰ ਵੀ ਮੀਡੀਆ ਨਹੀਂ ਦੱਸਦਾ, ਦੂਜਿਆਂ ਵਿਰੋਧੀਆਂ ਨੇ ਤਾਂ ਕੁਝ ਨਹੀਂ ਕਿਹਾ। ਵਿਰੋਧੀਆਂ ਨੇ ਮੀਡੀਆ ਲਾਇਆ ਹੋਵੇ ਜਾਂ ਨਾ ਇਹਦੇ ਮਗਰ ਉਹ ਬਾਅਦ ਚ ਪਤਾ ਲੱਗੂਗਾ, ਪਰ ਮੀਡੀਆ ਦੇ ਕੁਝ ਬੰਦਿਆਂ ਨੇ ਇਹਨਾਂ ਤੇ ਆਪਣੇ ਇਨਫੋਰਮੇਸ਼ਨ ਕੱਢ ਕੇ ਤੇ ਇੱਕ ਹਫ਼ਤਾ ਹੁਣ ਹੈਡੇਕ ਰਹੀ ਇਹਨਾਂ ਨੂੰ ਪਿਛਲੇ ਹਫ਼ਤੇ ਤੋਂ ਵੀ ਜਿਹੜਾ ਬੰਦਾ ਹਵਾ ਚ ਉੱਡ ਰਿਹਾ ਸੀ ਉਹਨੂੰ ਧਰਤੀ ਤੇ ਲੈ ਆਂਦਾ। ਸੋ ਡਾਕਟਰ ਸਾਹਿਬ, ਮਾਲਦੀਵ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਨਤੀਜਿਆਂ ਤੋਂ ਬਾਅਦ ਹੁਣ ਦੂਜੇ ਗੇੜ ਚ ਆਮਣੋ ਸਾਹਮਣੇ ਕੌਣ ਹੋਣ ਦੀ ਸੰਭਾਵਨਾ ਹੈ? ਇੱਕ ਤਾਂ ਹੈਗੇ ਇਬਰਾਹਿਮ ਸੁਲੀ ਹੈ ਜੀ, ਤਾਂ ਦੂਸਰੇ ਹੈਗੇ ਮਿਊਜ਼ੂ। ਸਲੀ ਜਿਹੜੇ ਆ ਉਹ ਪਹਿਲਾ ਰਾਉਂਡ ਤਾਂ ਹੋ ਚੁੱਕਾ ਇਹਨਾਂ ਦਾ। ਜੀ। ਪਹਿਲੇ ਰਾਉਂਡ ਦੇ ਵਿੱਚ ਜਿਹੜਾ ਵੀ ਕੋਈ ਕੈਂਡੀਡੇਟ ਤੁਹਾਡੇ 50% ਵਨ ਨਹੀਂ ਲੈ ਜਾਂਦਾ ਤਾਂ ਫਿਰ ਦੂਸਰੇ ਰਾਉਂਡ ਦੇ ਵਿੱਚ ਚਲ ਜਾਂਦੇ ਆ। ਤੇ ਇਹਨਾਂ ਦੀ ਵੱਡੀ ਗੱਲ ਇਹ ਆ ਵੀ ਜਿਹੜੇ ਇੱਕ ਕੈਂਡੀਡੇਟ ਸਲੀ ਆ ਉਹ ਹੈਗੇ ਆ ਇੰਡੀਆ ਵੱਲ। ਅੱਜ ਕੱਲ ਰਾਈਵਲਰੀ ਵੀ ਚੱਲਦੀ ਹੈ ਨਾ ਇੰਡੀਆ ਤੇ ਚਾਈਨਾ ਦੀ, ਮਤਲਬ ਆਪਣੇ ਬਾਰਡਰ ਤੇ ਹੀ ਨਹੀਂ, ਇਹ ਦੂਸਰੇ ਦੇਸ਼ਾਂ ਨੂੰ ਵੀ ਕੰਟਰੋਲ ਕਰਨ ਨੂੰ ਫਿਰਦੇ ਆ ਨਾ ਜੀ। ਮਾਲਦੀਵਜ਼ ਨੂੰ ਇੰਡੀਆ ਹਮੇਸ਼ਾ ਹੀ ਸਮਝਦਾ ਵੀ ਸਾਡੇ ਲਾਗੇ ਆ ਤੇ ਸਾਡੀ ਸਰਦਾਰੀ ਹੋਣੀ ਚਾਹੀਦੀ ਹੈ ਇੱਥੇ। ਚੀਨ ਦਾ ਇੱਥੇ ਆਉਣਾ, ਚੀਨ ਨੇ ਫਿਰ ਮਾਲਦੀਵ ਦੇ ਵਿੱਚ ਉਹ ਨੇਵਲ ਆਪਣੇ ਬੇਸ ਵੀ ਬਣਾ ਸਕਦੇ ਆ ਤਾਂ ਉਹ ਖਤਰਾ ਵੀ ਹੋ ਸਕਦਾ। ਪਰ ਉਹ ਮਿਊਜ਼ੋ ਜਿਹੜਾ ਦੂਸਰਾ ਕੈਂਡੀਡੇਟ ਆ ਉਹਨੂੰ ਚਾਈਨਾ ਵਾਲੇ ਸਪੋਰਟ ਕਰਦੇ ਆ ਤਾਂ ਉਹ ਆਪ ਵੀ ਖੁਦ ਵੀ ਇੰਡੀਆ ਦੇ ਖਿਲਾਫ ਬਹੁਤ ਬੋਲਦਾ। ਹੁਣ ਇਲੈਕਸ਼ਨ ਤਾਂ ਮਾਲਦੀਵ ਦੀ ਆ, ਪਰ ਫੈਸਲਾ ਹੱਕ ਦੇ ਵਿੱਚ ਚੀਨ ਦੇ ਹੋਣਾ ਜਾਂ ਇੰਡੀਆ ਦੇ। ਲੇਟੈਸਟ ਪੋਲ ਜਿਹੜੇ ਆ ਉਹ ਮਿਊਜ਼ੋ ਦੇ ਹੱਕ ਦੇ ਵਿੱਚ ਜਾਂਦੇ ਆ। ਪਤਾ ਨਹੀਂ ਹਜੇ ਮਹੀਨਾ ਡੇਢ ਮਹੀਨਾ ਪਿਆ ਫਾਈਨਲ ਰਾਉਂਡ ਲਈ ਤਾਂ ਜੀ, ਪੋਲਸ ਨੇ ਕਿੱਧਰ ਜਾਣਾ ਆ ਕਿੱਧਰ ਆਉਣਾ ਆ। ਪਰ ਚੀਨ ਨਾਲ ਜੇ ਉਹਨਾਂ ਦਾ ਕੈਂਡੀਡੇਟ ਜਿੱਤਦਾ ਤਾਂ ਇੰਡੀਆ ਨੂੰ ਖਤਰਾ ਇਸ ਗੱਲ ਦਾ ਆ ਕਿ ਇਹ ਇੱਕ ਤਾਂ ਇੰਡੀਅਨ ਪ੍ਰੈਜ਼ੈਂਸ ਜਿਹੜੀ ਥੋੜੀ ਬਹੁਤੀ ਹੈਗੀ ਹੈ, ਇੰਡੀਆ ਦੇ ਵੀ ਸੋਲਜਰ ਉੱਥੇ ਬੈਠੇ ਆ। ਇੱਕ ਤਾਂ ਉਹ ਕਹਿੰਦਾ ਮੈਂ ਉਹਨਾਂ ਨੂੰ ਕੱਢਣਾ ਆ, ਦੂਜਾ ਅਜੇ ਓਪਨਲੀ ਨਹੀਂ ਕਹਿੰਦਾ, ਪਰ ਫਿਰ ਉਹ ਚੀਨ ਵਾਲਿਆਂ ਨੂੰ ਉੱਥੇ ਬੇਸ ਦਊਗਾ। ਇਹਦੇ ਤੇ ਜਿਹੜੀ ਕੁਆਡ ਨੇਸ਼ਨਸ ਬਣੀਆਂ ਆ, ਆਸਟ੍ਰੇਲੀਆ, ਜਾਪਾਨ, ਇੰਡੀਆ ਤੇ US, ਇਹ ਮੇਰਾ ਖਿਆਲ ਐਕਸ਼ਨ ਦੇ ਵਿੱਚ ਆਉਣਗੇ ਵੀ ਚੀਨ ਨੂੰ ਕਹਿਣਗੇ ਵੀ ਤੁਸੀਂ ਕੁਝ ਸਾਈਨ ਕਰੋ ਵੀ ਤੁਸੀਂ ਇੱਥੇ ਨੇਵਲ ਬੇਸ ਨਹੀਂ ਬਣਾਉਣਾ। ਕਮ ਸੇ ਕਮ ਜਿਹੜੀ ਕੀ ਕਹਿੰਦੇ ਹੁੰਦੇ ਟੈਂਸ ਸਿਚੁਏਸ਼ਨ ਤਾਂ ਹੋਗੀ ਨਾ ਉੱਥੇ। ਜਿਹੜੇ ਜਿੱਦਾਂ ਹੁਣ ਨੇਪਾਲ ਦੇ ਵਿੱਚ ਪਹਿਲਾਂ ਰਹੀ ਆ ਗੱਲ, ਨੇਪਾਲ ਦੇ ਵਿੱਚ ਵੀ ਇਸ਼ੂ ਬਣ ਗਈ ਸੀ ਇੰਡੀਆ ਦੀ ਤਾਂ ਚੀਨ ਦੀ। ਬਹੁਤੇ ਤਾਂ ਇੰਡੀਅਨ ਜਿਹੜੇ ਐਨਾਲਿਸਟ ਆ ਉਹ ਇਹਦੇ ਵਿੱਚ ਹੱਕ ਦੇ ਵਿੱਚ ਆ। ਉਹ ਕਹਿੰਦੇ ਕਿ ਨੇਪਾਲ ਨੂੰ ਕਹੋ ਜੋ ਮਰਜ਼ੀ ਕਰ ਲੈਣ, ਆਖਰਕਾਰ ਤਾਂ ਲੈਂਡ ਬੇਸ ਆ, ਲੈਂਡ ਲੌਕਡ ਕੰਟਰੀ ਆ, ਤੇ ਇਹਨਾਂ ਨਾਲ ਅਸੀਂ ਲੱਗਦੇ ਆ। ਦੂਜੇ ਪਾਸੇ ਤਾਂ ਹਿਮਾਲਾ ਵਾਲੇ, ਹਿਮਾਲਾ ਟੱਪ ਕੇ ਤਾਂ ਚੀਨ ਨੇ ਆਉਣਾ ਨਹੀਂ। ਜੇ ਤੁਸੀਂ ਟ੍ਰੇਡ ਕਰਨਾ ਤਾਂ ਸਾਡੇ ਥਰੂ ਹੀ ਕਰਨਾ, ਟੱਪ ਲਓ ਜਿੰਨਾ ਟੱਪਣਾ ਤੁਸੀਂ। ਫਿਰ ਮਿਆਂਮਾਰ ਜਿਹੜਾ ਬਰਮਾ ਹੁੰਦਾ ਸੀ ਪਹਿਲਾਂ ਜਿਹਨੂੰ ਕਹਿੰਦੇ ਸੀ,
ਉੱਥੇ ਵੀ ਚੀਨ ਦੀ ਤਾਂ ਇੰਡੀਆ ਦੀ ਥੋੜੀ ਜਿਹੀ ਹੈਗੀ ਟਸਲ। ਜੀ ਮਤਲਬ ਹਰ ਥਾਂ ਤੇ ਜਿਹੜੀਆਂ ਸੁਪਰ ਪਾਵਰਸ ਆ ਨਾ, ਉਹ ਇਕੱਲੇ ਰਸ਼ੀਆ ਤੇ USA ਹੀ ਨਹੀਂ ਹੈ। ਹੁਣ ਜਿਹੜੀਆਂ ਅਮਰਜਿੰਗ ਸੁਪਰ ਪਾਵਰਸ ਆ ਉਹ ਵੀ ਕੰਟਰੋਲ ਕਰਨਾ ਚਾਹੁੰਦੀਆਂ। ਕੰਟਰੋਲ ਬੰਗਲਾਦੇਸ਼ ਤੇ, ਹਾਲਾਂਕਿ ਬੰਗਲਾਦੇਸ਼ ਦੀ ਜਿਹੜੀ ਸਰਕਾਰ ਆ ਪ੍ਰੋ ਇੰਡੀਆ ਜ਼ਿਆਦਾ ਹੈ, ਪਾਕਿਸਤਾਨ ਦੀ ਪ੍ਰੋ ਚਾਈਨਾ ਜ਼ਿਆਦਾ ਹੈ। ਸ੍ਰੀਲੰਕਾ ਦੇ ਵਿੱਚ ਵੀ ਇਹ ਰੌਲਾ ਪੈਂਦਾ ਹੈ, ਉੱਥੇ ਵੀ ਹੁੰਦੀ ਹੈ, ਇਲੈਕਸ਼ਨ ਲੜਦੇ ਆ ਤੇ ਇੱਕ ਦੂਜੇ ਤੇ ਦੋਸ਼ਣ ਲਾਉਂਦੇ ਆ ਕਿ ਇਹ ਪ੍ਰੋ ਇੰਡੀਆ ਆ, ਇਹ ਪ੍ਰੋ ਚਾਈਨਾ ਆ। ਉਹਨਾਂ ਤੇ ਵੀ ਚਾਈਨਾ ਤੇ ਇੰਡੀਆ ਦਾ ਜਿਹੜੀ ਰਾਈਵਲਰੀ ਆ ਉਹ ਚੱਲਦੀ ਆ ਉੱਥੇ, ਕਲੇਸ਼ ਚੱਲਦਾ ਰਹਿੰਦਾ। ਸੋ ਜਿਹੜੀ ਏਸ਼ੀਅਨ ਖਿੱਤੇ ਦੇ ਵਿੱਚ ਹੁਣ ਚੀਨ ਤੇ ਇੰਡੀਆ ਦੇ ਵਿਚਕਾਰ, ਭਾਰਤ ਕਹਿ ਲੈਂਦੇ ਆ, ਇਹਨਾਂ ਦੇ ਵਿਚਕਾਰ ਇਹ ਵੀ ਸਮੱਸਿਆ ਹੈਗੀ ਹੈ ਵੀ ਇੰਡੀਆ ਕਿਹੜਾ ਕਿ ਭਾਰਤ ਕਿਹੜਾ, ਕਿਉਂਕਿ ਹੁਣ ਉਹਨਾਂ ਨੇ G20 ਤੇ ਤਾਂ ਵੈਸੇ ਜਿਹੜੀਆਂ ਇਨਵੀਟੇਸ਼ਨ ਦਿੱਤੀਆਂ, ਜਿਹੜਾ ਉਹਨਾਂ ਦਾ ਆਪਣੇ ਸ਼ਨਾਖਤੀ ਉਹ ਲਾਉਂਦੇ ਹੁੰਦੇ ਆ, ਮੋਰੇ ਨਾਂ ਲਿਖਦੇ ਹੁੰਦੇ ਆ, ਉੱਤੇ ਵੀ ਭਾਰਤ ਲਿਖਿਆ ਸੀ। ਅੱਛਾ। ਪਰ ਉਹਨੂੰ ਅਫੀਸ਼ੀਅਲੀ ਤੌਰ ਤੇ ਚੇਂਜ ਕਰਨ ਲਈ ਤੇ ਕਨਸਟੀਟਿਊਸ਼ਨਲ ਐਕਸਪਰਟ ਕਹਿੰਦੇ ਆ ਵੀ ਤੁਹਾਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਪੈਣੀ ਆ, ਕਮ ਸੇ ਕਮ ਉਹਨਾਂ ਦੇ ਕੋਲ ਮੈਜੋਰਟੀ ਹੈਗੀ ਆ, ਦੋਹਾਂ ਸਦਨਾਂ ਦੇ ਵਿੱਚ ਕਰ ਸਕਦੇ ਆ। ਪਰ ਇਹ 'ਚ ਸਟੇਟਾਂ ਦੀ ਵੀ ਤਾਂ ਮਰਜ਼ੀ ਚਾਹੀਦੀ ਹੈ ਨਾ, ਸਟੇਟਾਂ ਸਾਰੀਆਂ ਹੈ ਨਹੀਂ ਇਹਨਾਂ ਕੋਲ। ਇਸ ਵੇਲੇ ਤਾਂ ਹੈ ਨਹੀਂ, ਪਰ ਜਿਹੜਾ ਸਾਡਾ ਸੰਵਿਧਾਨ ਆ ਨਾ, ਉਹਦੇ ਵਿੱਚ ਇਹ ਨਹੀਂ ਲਿਖਿਆ ਹੈ ਕਿ ਜਿਹੜੀ ਤਰਮੀਮ ਕਰਨੀ ਹੋਵੇ ਤੁਹਾਨੂੰ ਸਟੇਟਸ ਦੀ ਲੋੜ ਆ। ਵੈਸੇ ਤਾਂ ਅਸੀਂ ਕਹਿੰਦੇ ਆ, ਥਿਓਰੈਟਿਕਲੀ ਕਹਿੰਦੇ ਆ ਕਿ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ, ਪਰ ਜਿਹੜੀ ਤਰਮੀਮ ਆ ਸੰਵਿਧਾਨ ਦੀ ਕਰਨੀ ਹੋਵੇ ਉਹ ਕੱਲੀ ਪਾਰਲੀਮੈਂਟ ਹੀ ਕਰਦੀ ਹੈ। ਪਾਰਲੀਮੈਂਟ ਦੇ ਦੋਵੇਂ ਸਦਨ ਜੀ, ਸਟੇਟਸ ਉਹਦੇ ਵਿੱਚ ਇਨਵੋਲਵ ਨਹੀਂ ਹੁੰਦੀਆਂ। US ਦਾ ਸੰਵਿਧਾਨ ਆ, ਇਹਦੇ ਵਿੱਚ 2/3 ਸਟੇਟਸ ਦੀ ਲੋੜ ਆ ਤੁਹਾਨੂੰ। ਸਾਡੇ ਕੈਨੇਡਾ ਦੇ ਵਿੱਚ ਵੀ ਜਿਹੜੀਆਂ 10 ਦੇ ਵਿੱਚੋਂ 7 ਪ੍ਰੋਵਿੰਸ ਇੱਕ ਪਾਸੇ ਹੋਣੀਆਂ ਚਾਹੀਦੀਆਂ, ਜਿਨ੍ਹਾਂ ਦੀ ਪਾਪੂਲੇਸ਼ਨ 50% ਪਲੱਸ 1 ਹੋਵੇ। ਪਰ ਇੰਡੀਆ ਦੇ ਵਿੱਚ ਇਹ ਗੱਲ ਨਹੀਂ ਹੈ। ਇੰਡੀਆ ਦੇ ਵਿੱਚ ਸੰਵਿਧਾਨ ਦੀ ਤਰਮੀਮ ਸੈਂਟਰਲ ਗਵਰਨਮੈਂਟ ਕਰ ਸਕਦੀ ਹੈ। ਸੋ ਜੇ ਉਹ ਕਰਨਾ ਚਾਹੁੰਦੇ ਆ ਤਾਂ ਹੋ ਸਕਦਾ ਅਗਲੇ ਸੈਸ਼ਨ ਦੇ ਵਿੱਚ ਹੀ ਕਰ ਦੇਣ। ਹਾਂ, ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਜਿਹੜਾ ਜੀ, ਉਹ ਇਸੇ ਸੰਬੰਧ ਚ ਹੋ ਸਕਦਾ, ਕਿਉਂਕਿ ਉਹਦਾ ਏਜੰਡਾ ਜਿਹੜਾ ਜਾਰੀ, ਉਹਦਾ ਏਜੰਡਾ ਤਾਂ ਅਜੇ ਤਾਈਂ ਜਾਰੀ ਨਹੀਂ ਕੀਤਾ ਇਹਨਾਂ ਨੇ। ਤੇ ਨਾਰਮਲੀ ਤੁਸੀਂ ਦੇਖਿਓ ਕਿ ਜਿਹੜੀ ਆਪੋਜੀਸ਼ਨ ਆ, ਇਹਨਾਂ ਨੇ ਹਮੇਸ਼ਾ ਇਦਾਂ ਹੀ ਕਰਨਾ ਹੁੰਦਾ, ਜਿਵੇਂ ਬਾਈਕਾਟ ਕਰਨ ਲੱਗੇ। ਜਾਂ ਉਹ ਰਾਜ ਸਭਾ ਚ ਦਾ ਸਮੱਸਿਆ ਤਾਂ ਰਾਜ ਸਭਾ ਦੀ ਨਾ, ਲੋਕ ਸਭਾ ਚ ਤਾਂ ਉਹਨਾਂ ਕੋਲ ਬਹੁਮਤ ਹੈਗਾ ਹੀ ਹੈਗਾ ਜੀ। ਰਾਜ ਸਭਾ ਚ ਫਿਰ ਉਹ ਜ਼ੁਬਾਨੀ ਵੋਟ ਨਹੀਂ, ਰਾਜ ਸਭਾ ਦੇ ਵਿੱਚ ਹੁਣ ਪਿਛਲੀ ਵਾਰ ਜਦੋਂ ਦਿੱਲੀ ਵਾਲਾ ਬਿੱਲ ਆਇਆ ਸੀ, ਹਾਂਜੀ, ਤੇਲਗੂ ਦੇਸ਼ਮ ਪਾਰਟੀ, ਦੂਸਰੀਆਂ ਕਈ ਰੀਜਨਲ ਪਾਰਟੀਆਂ, ਬਿਜੂ ਪਟਨਾਇਕ ਦੀ ਪਾਰਟੀ, ਉਹਨਾਂ ਦੇ ਨੰਬਰ ਰਲਾ ਕੇ ਉਹ ਪੂਰੇ ਹੋ ਜਾਂਦੇ ਸੀ ਉਹਨਾਂ ਦੇ। ਨਹੀਂ, ਚਲੋ ਉਹ ਕਿਸੇ ਇੱਕ ਇਸ਼ੂ ਤੇ ਤਾਂ ਹੋ ਸਕਦੇ ਆ ਜੀ ਵੀ ਕੋਈ ਪਾਰਟੀ ਇਕੱਠੇ ਜਾਣ। ਕਈ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਇਸ ਗੱਲ ਤੇ ਪ੍ਰੋਬਲਮ ਹੁੰਦੀ ਆ ਵੀ ਉਹ ਵੀ ਨਾ ਚਾਹੁੰਦੀਆਂ ਹੁਣ ਵੀ ਦੇਸ਼ ਦਾ ਨਾਮ ਬਦਲਿਆ ਜਾਵੇ, ਪਰ ਅਜੇ ਤਾਈਂ ਉਹਨਾਂ ਨੇ ਕੁਝ ਕਿਹਾ ਉੱਥੇ ਫਿਰ ਬਾਹਾਂ ਖੜੀਆਂ ਹੋ ਜਾਂਦੀਆਂ ਨੇ। ਜੇ ਬਾਹਾਂ ਖੜੇ ਇਹਨਾਂ ਦੀ ਜ਼ਿਆਦਾ ਸੀਗੀਆਂ ਜੀ, ਬਸ ਠੀਕ ਹੈ, ਤਾਂ ਐਂ ਵੀ ਪਾਸ ਹੋਏ ਆ ਕਿ ਮਤੇ ਅੱਗੇ ਕਿੰਨੇ ਮਤੇ ਪਾਸ ਹੋਏ ਆ ਜੀ। ਪਰ ਦੂਸਰੀ ਵੱਡੀ ਗੱਲ ਇਹ ਹੈਗੀ ਆ, ਕਾਂਗਰਸ ਦੀ ਕਮਜ਼ੋਰੀ ਇਹ ਆ ਕਿ ਇਹ ਕਨਫਰੰਟ ਕਰਨ ਦੀ ਬਜਾਏ ਹਮੇਸ਼ਾ ਹੀ ਬਚਣਾ ਦੀ ਕੋਸ਼ਿਸ਼ ਕਰਦੇ ਆ। ਇਹ ਨੱਠ ਜਾਂਦੇ ਆ। ਇਹਨਾਂ ਨੇ ਬਾਹਰ ਜਾ ਕੇ ਨਾਅਰੇ ਲਾਉਣ ਲੱਗ ਪੈਣਾ, ਤਾਂ ਅੰਦਰ ਉਹਨਾਂ ਨੇ ਮਤਾ ਪਾਸ ਕਰ ਦੇਣਾ। ਬਿਲਕੁਲ, ਤੁਸੀਂ ਜਿੰਨੇ ਮਰਜ਼ੀ ਨਾਅਰੇ ਲਾਏ ਜਾਓ, ਜੇ ਤੁਹਾਨੂੰ ਇਲੈਕਟ ਕਰਕੇ ਭੇਜਿਆ ਹਨਾ, ਜਾਂ ਨਿਯੁਕਤ ਕਰਕੇ ਭੇਜਿਆ, ਜਿੱਥੇ ਭੇਜਿਆ ਉੱਥੇ ਬੈਠੋ। ਬਿਲਕੁਲ। UN ਦੇ ਵਿੱਚ ਇੱਕ ਵਾਰੀ ਰਸ਼ੀਆ ਨੇ ਲੂਜ਼ ਕੀਤੀ ਵੋਟ, ਉਹ ਵੀ ਇਸ ਕਰਕੇ ਕਿ ਇਹਨਾਂ ਦਾ ਅੰਬੈਸਡਰ ਯੂਨਾਈਟਿਡ ਨੇਸ਼ਨਜ਼ ਦੀ ਸਿਕਿਉਰਿਟੀ ਕਾਉਂਸਲ ਦੇ ਵਿੱਚ ਬੈਠਣ ਦੀ ਬਜਾਏ ਬਾਹਰ ਬੈਠਾ ਬਾਈਕਾਟ ਕਰ ਰਿਹਾ ਸੀ। ਬਾਈਕਾਟ ਕਰ ਰਿਹਾ, ਇੱਕ ਹੀ ਵਾਰੀ ਵਰਲਡ ਵਾਰ 2 ਤੋਂ ਬਾਅਦ ਇੱਕ ਵੋਟ ਲੂਜ਼ ਕੀਤੀ ਉਹਨਾਂ ਨੇ। ਜੇ ਅੰਦਰ ਹੁੰਦਾ ਤੇ ਉਹ ਵੀਟੋ ਯੂਜ਼ ਕਰਦਾ ਜੀ। ਬਿਲਕੁਲ, ਤੇ ਸਾਡੇ ਅੱਜ ਦੇ ਵਿਚਾਰ ਦਾ ਸਮਾਂ ਹੋ ਗਿਆ। ਬਿਲਕੁਲ ਜੀ। ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਜੰਗਲ ਦੇ ਵਿੱਚ ਬਚਣਾ ਪੈਂਦਾ ਹੈ ਬੰਦੇ ਨੂੰ, ਜੰਗਲ ਦੇ ਵਿੱਚ ਬਚਣਾ ਪੈਂਦਾ ਹੈ ਬੰਦੇ ਨੂੰ, ਸ਼ਹਿਰੀ ਬੰਦਾ ਆਪਣੇ ਆਪ ਸ਼ਿਕਾਰੀ ਏ, ਸੱਚੇ ਦੀ ਕੋਈ ਗੱਲ ਵੀ ਇੱਥੇ ਸੁਣਦਾ ਨਹੀਂ, ਸੱਚੇ ਦੀ ਕੋਈ ਗੱਲ ਵੀ ਇੱਥੇ ਸੁਣਦਾ ਨਹੀਂ, ਝੂਠੇ ਦੇ ਨਾਲ ਸਾਰੇ ਪਿੰਡ ਦੀ ਯਾਰੀ ਏ, ਸਾਰੇ ਪਿੰਡ ਦੀ ਯਾਰੀ ਏ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ।
ਮੈਨੂੰ ਬਲਦੇਵ ਸਿੰਘ ਭੰਮ ਨੂੰ ਵੀ ਦਿਓ ਹੁਣ ਇਜਾਜ਼ਤ। ਕੱਲ ਨੂੰ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਡਾਕਟਰ ਸ਼ਿੰਦਰਪੁਰੇਵਾਲ ਜੀ ਦੇ ਨਾਲ ਹੋਰ ਖਬਰਾਂ ਲੈ ਕੇ, ਹੋਰ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਵਿਚਾਰ ਚਰਚਾ ਕਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ ਜੀ।